ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਵਕਤ ਦੀਆਂ ਖਬਰਾਂ ਦੇ ਉੱਪਰ ਆਪਾਂ ਇੱਕ ਵਾਰ ਫਿਰ ਤੋਂ ਚਰਚਾ ਕਰਾਂਗੇ ਪਨੂ ਸਾਹਿਬ ਨਾਲ। ਇੱਕ ਤੇ ਰਹੀ ਗੱਲ ਕਰੋਨਾ ਦੀ, ਕਰੋਨਾ ਦੇਸ਼ ਦੁਨੀਆ ਦੇ ਵਿੱਚ ਅਜੇ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕਿਤੇ ਮਾੜੀ ਜੀ ਬ੍ਰੇਕ ਲੱਗਦੀ ਆ, 2 ਦਿਨ ਲੱਗਦੀ ਆ ਤੇ ਉਸ ਤੋਂ ਬਾਅਦ ਫਿਰ ਕੰਮ ਚੱਕਿਆ ਜਾਂਦਾ। ਇੰਡੀਆ ਦੇ ਵਿੱਚ ਕੁਝ ਛੋਟਾਂ ਦੇਣ ਦੀ ਗੱਲ ਚੱਲੀ ਸੀ, ਉਹਨਾਂ ਛੋਟਾਂ ਦੇ ਨਾਲ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਵਿਰੋਧ ਹੈ ਉਹ ਜ਼ਿਕਰ ਵੀ ਆਪਾਂ ਕਰ ਲਵਾਂਗੇ ਤੇ ਕਿਸ ਹਿਸਾਬ ਨਾਲ ਲੋਕ ਉਹਦਾ ਨਜਾਇਜ਼ ਫਾਇਦਾ ਵੀ ਚੱਕ ਰਹੇ ਆ ਉਹ ਜ਼ਿਕਰ ਵੀ ਆਪਾਂ ਆਪ ਜੀ ਦੇ ਨਾਲ ਕਰਾਂਗੇ। ਇਸ ਤੋਂ ਇਲਾਵਾ ਕੁਝ ਹੋਰ ਖਬਰਾਂ ਨੇ ਜਿਹੜੀਆਂ ਕਿ ਆਪ ਜੀ ਨਾਲ ਸਾਂਝੀਆਂ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਪਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਸ਼ੁਕਰੀਆ। ਪਨੂ ਸਾਹਿਬ, ਆਪਾਂ ਕੱਲ੍ਹ ਗੱਲ ਕੀਤੀ ਸੀ ਨਾ ਜੀ ਇੱਕ ਉਹ ਕਿੱਟਾਂ ਦੀ ਕਿ ICMR ਨੇ ਕਿੱਟਾਂ ਦਿੱਤੀਆਂ ਤੇ ਰਾਜਸਥਾਨ ਸਰਕਾਰ ਨੇ ਉਹ ਵਰਤੀਆਂ ਤੇ ਫਿਰ ਮੋੜਤੀਆਂ ਜੀ, ਇਹ ਤਾਂ ਡਿਫਾਲਟਡ ਨੇ, ਸਹੀ ਨਹੀਂ ਹੈਗੀਆਂ। ਤੇ ਉਹ ਕਹਾਣੀ ਕੁਝ ਹੋਰ ਨਿਕਲਦੀ ਹੈ ਵੀ ਉਹਨਾਂ ਦੀਆਂ ਕਿੱਟਾਂ ਥੋੜ੍ਹਾ ਸੀ ਉਹ ਤਾਂ ਚਾਈਨਾ ਤੋਂ ਆਈਆਂ ਸੀ। ਦੇਖੋ, ICMR ਆਪ ਤਾਂ ਬਣਾਉਂਦੇ ਨਹੀਂ ਜੀ, ਉਹਨੇ ਤਾਂ ਇਹ ਹੈ ਕਿ ਵੱਧ ਤੋਂ ਵੱਧ ਜਾਂ ਕਹਿ ਸਕਦਾ ਕਿਸੇ ਨੂੰ ਕਿ ਤੁਸੀਂ ਬਣਾ ਲਓ ਜੀ, ਜਾਂ ਬਣੀਆਂ ਪਾਸ ਕਰ ਸਕਦਾ। ਹੁਣ ਜਿਹੜੀਆਂ ICMR ਦੀਆਂ ਨੇ ਪਾਸ ਕੀਤੀਆਂ ਜੀ, ਇਹ ਹੁਣ ਚੀਨੀ ਕਿੱਟਾਂ ICMR ਤੋਂ ਪੁੱਛੇ ਬਗੈਰ ਤਾਂ ਆਈਆਂ ਨਹੀਂ ਹੋਣਗੀਆਂ। ਜੀ, ਤੇ ਜਦੋਂ ਆਈਆਂ ਨੇ ਸਾਰੀਆਂ ਚੈੱਕ ਕੀਤੇ ਬਗੈਰ ਲਈਆਂ ਕਿਉਂ ਗਈਆਂ? ਜੀ, ਇੱਕ ਹਫ਼ਤਾ ਪਹਿਲਾਂ ਤੱਕ ਤੇ ਕਹੀ ਗਿਆ ਕਿ ਇੰਨੀਆਂ ਲੱਖ ਆ ਰਹੀਆਂ ਨੇ, ਇੰਨੇ ਲੱਖ ਆ ਰਹੀਆਂ ਨੇ, ਹੁਣ ਤਾਂ ਬੜੀ ਰੈਪਿਡ ਟੈਸਟਿੰਗ ਹੋਵੇ, ਸਭ ਲੋਕਾਂ ਦੇ ਟੈਸਟ ਫਟਾਫਟ ਹੋਣਗੇ। ਹੁਣ ਪਤਾ ਲੱਗਾ ਉਹਨਾਂ ਕਿੱਟਾਂ 'ਚ ਨੁਕਸ ਸੀ। ਜੀ, ਅੱਗੇ ਹੁਣ ਤੱਕ ਲੋਕ ਕਹਿੰਦੇ ਹੁੰਦੇ ਆ ਕਿ ਚੀਨੀ ਬਿਜਲੀ ਦਾ ਸਮਾਨ ਹੋਵੇ, ਇਲੈਕਟ੍ਰੋਨਿਕਸ ਦਾ ਕਿਸੇ ਕਿਸਮ ਦਾ ਹੋਵੇ, ਜੀ, ਉਹਦੀ ਗਰੰਟੀ ਬਹੁਤੀ ਨਹੀਂ ਹੁੰਦੀ। ਇਹ ਚਰਚਾ ਤਾਂ ਆਮ ਚੱਲਦੀ ਹੈ ਔਰ ਸਾਰੀ ਦੁਨੀਆ ਚੱਲਦੀ ਹੈ, ਜੀ। ਇਕੱਲੇ ਭਾਰਤ ਵਿੱਚ ਨਹੀਂ। ਅਤੇ ਲੋਕਾਂ ਦਾ ਤਜਰਬਾ ਵੀ ਲਗਭਗ ਇੱਦਾਂ ਦਾ ਹੀ ਸੀ। ਅਤੇ ਜਿਹੜਾ ਇੱਦਾਂ ਦਾ ਮਾਲ ਇਹ ਲਿਆ ਸੀ, ਅਜੇ ਤੁਸੀਂ ਰਾ ਮਟੀਰੀਅਲ ਲੈਂਦੇ ਉਹਨਾਂ ਤੋਂ, ਕੈਮੀਕਲ ਲੈਂਦੇ ਆ ਹਾਈਡਰੋਕਸੀ ਕਲੋਰੋਕੁਇਨ ਬਣਾਉਣ ਵਾਸਤੇ, ਜੀ, ਉਹ ਤਾਂ ਪਤਾ ਰਾ ਮਟੀਰੀਅਲ ਹੈ। ਪਰ ਜਿਹੜਾ ਬਣਿਆ ਬਣਾਇਆ ਸਮਾਨ, ਜੇ ਇਹ ਕਿੱਟਾਂ ਤੁਹਾਨੂੰ ਠੀਕ ਨਹੀਂ ਸੀ ਜਾਪੀਆਂ, ਲੈਣੀਆਂ ਨਹੀਂ ਸੀ ਚਾਹੀਦੀਆਂ। ਜੀ, ਅਤੇ ਜੇ ਨੁਕਸ ਦੇ ਬਾਵਜੂਦ ਪਾਸ ਕੀਤੀਆਂ ਅਤੇ ਜਿਹੜੇ ਬੰਦਿਆਂ ਪਾਸ ਕੀਤੀਆਂ ਉਹਨਾਂ ਨੂੰ ਫੜਨਾ ਚਾਹੀਦਾ ਵੀ ਤੁਸੀਂ ਪਾਸ ਕਿੱਦਾਂ ਕਰ ਦਿੱਤੀਆਂ। ਜੀ, ਅਤੇ ਅੱਗੋਂ ਚੀਨ ਦੀ ਸਪਲਾਈ ਰੋਕੀ ਵੀ ਜਾ ਸਕਦੀ ਹੈ। ਇਹ 'ਚ ਕਿਹੜੀ ਗੱਲ ਹੈ? ਚੀਨ ਨਾਲ ਕੋਈ ਇਸ ਤਰ੍ਹਾਂ ਦੀ ਕੋਈ ਸਮਝੌਤਾ ਨਹੀਂ ਕੀਤਾ ਕਿ ਤੇਰੀ ਕੋਈ ਚੀਜ਼ ਕੱਟਾਂਗੇ ਨਹੀਂ। ਜੀ, ਰੋਕੀ ਜਾ ਸਕਦੀ, ਰੋਕ ਦੇਣੀ ਚਾਹੀਦੀ ਹੈ। ਉਹ ਖੁੱਲ੍ਹ ਕੇ ਗੱਲ ਹੋਣੀ ਚਾਹੀਦੀ ਹੈ। ਪਰ ਜੇ ਇਹ ਹੋਵੇ ਕਿ ਸਮਾਨ ਇੰਨਾ ਆਇਆ ਅਤੇ ਉਹ 'ਚੋਂ 2-4 ਪੀਸ ਜਾਂ ਕੁਝ ਖਰਾਬ ਹੋ ਗਏ, ਵੱਖਰੀ ਗੱਲ ਹੈ। ਜੀ, ਹੁਣ ਪਹਿਲਾਂ ਰਾਜਸਥਾਨ 'ਚ ਕੱਲ੍ਹ ਗੱਲ ਨਿਕਲੀ ਕਿ ਉਹ ਕਿੱਟਾਂ 'ਚ ਨੁਕਸ ਹੈ। ਉਸ ਤੋਂ ਬਾਅਦ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਕਹਿ ਦਿੱਤਾ ਕਿ ਸਾਡੇ ਕੋਲ ਜਿਹੜੀਆਂ ਕਿੱਟਾਂ ਆਈਆਂ ਉਹਨਾਂ 'ਚ ਵੀ ਨੁਕਸ ਹੈ। ਜੀ, ਫਿਰ ICMR ਨੇ ਕਹਿ ਦਿੱਤਾ ਉੱਥੇ ਵੀ ਰੋਕ ਦਿਓ। ਅਤੇ ਅੱਡ-ਅੱਡ ਥਾਵਾਂ ਤੋਂ ਜਿੱਥੋਂ ਨੁਕਸ ਦੀ ਰਿਪੋਰਟ ਆਉਂਦੀ ਉੱਥੇ ਜੀ ਰੋਕਦੇ ਆ। ਇੱਕ ਵਾਰੀ ਸਾਰੇ ਥਾਵਾਂ 'ਤੇ ਰੋਕ ਕੇ ਚੈੱਕ ਕਰ ਲਓ, ਜੀ, ਪਤਾ ਲੱਗ ਜਾਵੇ। ਇਹ ਸਮਝ ਲੈਣਾ ਗਲਤ ਹੈ ਕਿ ਕਿਸੇ ਥਾਂ ਤੋਂ ਸਾਰਾ ਮਾਲ ਸਹੀ ਆ ਰਿਹਾ, ਪਰ ਇਹ ਵੀ ਸਮਝ ਲੈਣਾ ਗਲਤ ਹੈ ਕਿ ਸਾਰਾ ਗਲਤ ਹੋਊ। ਜੀ, ਜੇ ਨੁਕਸ ਸਾਰੇ ਵਾਲੀ ਗੱਲ ਜਾਪਦੀ ਹੋਵੇ, ਮੈਨੂਫੈਕਚਰਿੰਗ ਡਿਫੈਕਟ ਹੀ ਹੋਵੇ, ਅਤੇ ਉਹ ਡਿਫੈਕਟ ਕਿਸੇ ਇੱਕ 'ਚ ਨਹੀਂ ਹੋਣਾ, 2 'ਚ ਨਹੀਂ, ਫਿਰ ਤਾਂ ਸਾਰੀਆਂ 'ਚ ਹੋ ਸਕਦਾ। ਬਿਲਕੁਲ ਸਹੀ। ਫਿਰ ਸਾਰਾ ਮਾਲ ਪਿੱਛੇ ਵੀ ਮੋੜਿਆ ਜਾ ਸਕਦਾ। ਸਾਡੇ ਕੋਲ ਪਿਛਲਾ ਤਜਰਬਾ ਕੀ ਹੈ? ਇੱਥੇ ਕਾਰਾਂ ਦੀਆਂ ਕੰਪਨੀਆਂ, ਜਰਮਨੀ ਦੀਆਂ ਵੀ ਹੋਰ ਦੇਸ਼ਾਂ ਦੀਆਂ ਵੀ, ਉਹਨਾਂ ਨੇ ਕਾਰਾਂ ਬਣਾਈਆਂ। ਸਾਲ 2 ਸਾਲਾਂ ਬਾਅਦ ਪਤਾ ਲੱਗਾ ਉਹ 'ਚ ਨੁਕਸ ਹੈ। ਲੱਖਾਂ ਕਾਰਾਂ ਉਹਨਾਂ ਨੂੰ ਦੁਨੀਆ ਭਰ 'ਚੋਂ ਵਾਪਸ ਲੈਣੀਆਂ ਪਈਆਂ। ਜੀ, ਅਤੇ ਜੇ ਉਹਨਾਂ ਨੂੰ ਲੈਣੀਆਂ ਪਈਆਂ ਤਾਂ ਚੀਨ ਨੂੰ ਵੀ ਲੈਣੀਆਂ ਚਾਹੀਦੀਆਂ। ਉਹਦੇ ਕੋਲ ਇਸ ਵੇਲੇ ਇਹ ਵੀ ਨਹੀਂ ਉਹ ਕਹਿ ਸਕਦਾ ਕਿ ਪੈਸੇ ਦੀ ਕਮੀ ਹੈ, ਕੀ ਗੱਲ ਹੈ। ਇਸ ਵੇਲੇ ਤਾਂ ਹੁਣ ਪਹਿਲਾਂ ਭਾਰਤ ਦੀਆਂ ਕੰਪਨੀਆਂ ਦੇ ਸ਼ੇਅਰ ਉਹ ਖਰੀਦਦਾ ਸੀ, ਹੁਣ ਉਹ ਜਰਮਨੀ ਤੱਕ ਦੀਆਂ ਖਰੀਦਦਾ ਪਿਆ। ਜੀ, ਖੁੱਲ੍ਹ ਕੇ ਗੱਲ ਦੋਵਾਂ ਦੇਸ਼ਾਂ ਦੀ ਆਪੋ 'ਚ ਹੋ ਜਾਣੀ ਚਾਹੀਦੀ ਹੈ ਟ੍ਰੇਡ ਦੇ ਮਾਮਲੇ 'ਚ। ਪਰ ਜਿਹੜਾ ਆ ਮੁੜ ਕੇ ਖਬਰਾਂ ਉੱਠਦੀਆਂ, ਇਹਨਾਂ ਖਬਰਾਂ 'ਚ ਇਹ ਵੀ ਦੋਸ਼ੀ ਫੜਿਆ ਜਾਣਾ ਚਾਹੀਦਾ ਜਿਹੜੇ ਆਖਰਕਾਰ ਗਏ ਸੀ, ਜਿਨ੍ਹਾਂ ਟੈਸਟਿੰਗ ਕਰਕੇ ਉੱਥੋਂ ਕਿੱਟਾਂ ਲੈਂਦੀਆਂ ਕਿ ਠੀਕ ਨੇ, ਜੀ, ਉੱਥੋਂ ਉਹਨਾਂ ਤੋਂ ਲਈਆਂ ਨੇ ਕਿੱਟਾਂ ਦੇ। ਆਖਰਕਾਰ ਕੋਈ ਸੈਂਪਲ ਵੀ ਲਏ ਹੋਣਗੇ, ਚੈੱਕ ਕੀਤੀਆਂ ਹੋਣਗੀਆਂ। ਬਗੈਰ ਚੈੱਕ ਕੀਤੋਂ ਤਾਂ ਕਦੇ ਕੋਈ ਲੈਂਦਾ ਹੀ ਨਹੀਂ। ਜੀ, ਉੱਦਾਂ ਇਹ ਮੈਂ ਤੁਹਾਨੂੰ ਦੱਸ ਦਿਆਂ ਕਿ ਚੀਨ ਵਿੱਚ ਕਰਪਸ਼ਨ ਦੇ ਖਿਲਾਫ ਕਾਨੂੰਨ ਬੜੇ ਸਖਤ ਨੇ, ਪਰ ਇਹਦਾ ਮਤਲਬ ਇਹ ਬਿਲਕੁਲ ਨਹੀਂ ਕਿ ਕਰਪਸ਼ਨ ਰੁਕ ਗਈ ਹੈ। ਜੀ, ਮੁੜ ਕੇ ਉੱਥੋਂ ਕਿਸੇ ਦੇ ਸਾਹਮਣੇ ਆਉਂਦੇ ਰਹਿੰਦੇ ਆ ਕਿ ਸਖਤ ਕਾਨੂੰਨਾਂ ਦੇ ਬਾਵਜੂਦ ਹੇਠਲੇ ਪੱਧਰ 'ਤੇ ਕਰਪਸ਼ਨ ਹੁੰਦੀ ਸੀ। ਫਲਾਣੇ ਲੀਡਰ ਨੂੰ ਗੋਲੀ ਮਾਰ ਦਿੱਤੀ ਗਈ, ਫਲਾਣੇ ਅਫਸਰ ਨੂੰ ਗੋਲੀ ਮਾਰ ਦਿੱਤੀ ਗਈ। ਗੋਲੀਆਂ ਮਾਰਨ ਦੇ ਬਾਵਜੂਦ ਉੱਥੇ ਕਰਪਸ਼ਨ ਚੱਲ ਰਹੀ ਹੈ। ਜੀ, ਅਤੇ ਜੇ ਇੱਦਾਂ ਦਾ ਕੋਈ ਨੁਕਸ ਉੱਥੇ ਪਿਆ ਹੋਵੇ ਜਾਂ ਉਹਨਾਂ ਨੇ ਕਰਪਸ਼ਨ ਕਰਕੇ ਇੱਥੋਂ ਵਾਲਿਆਂ ਨੂੰ ਕੁਝ ਦੇ ਕੇ ਤੇ ਕਿੱਟਾਂ ਭੇਜ ਦਿੱਤੀਆਂ ਹੋਣ, ਉਹ ਆਪਣੇ ਦੇਸ਼ 'ਚ ਕੁਛ ਕਰਦੇ ਨਹੀਂ ਕਰਦੇ। ਤੁਹਾਡੇ ਦੇਸ਼ ਵਿੱਚ ਨਰਮ ਕਾਨੂੰਨ ਹੈ, ਨਰਮ ਕਾਨੂੰਨਾਂ 'ਚ 4 ਬੰਦੇ ਫੜ ਕੇ ਇਹੋ ਜਿਹੜਾ ਕੁਦਰਤੀ ਆਫਤ ਕਾਨੂੰਨ ਤੁਹਾਡੇ ਕੋਲ ਅੱਜ ਕੱਲ੍ਹ ਬਣਿਆ ਹੀ ਹੈ। ਜੀ, ਉੱਥੇ ਕੋਈ ਸੜਕ 'ਤੇ ਨਿਕਲੇ ਉੱਤੇ ਕੁਦਰਤੀ ਆਫਤ ਕਾਨੂੰਨ ਲਾਗੂ ਹੁੰਦਾ, ਅਤੇ ਜਿਨ੍ਹਾਂ ਨੇ ਕਿੱਟਾਂ ਪਾਸ ਕੀਤੀਆਂ, ਗਲਤੀ ਦੇ ਬਾਵਜੂਦ ਪਾਸ ਕੀਤੀਆਂ, ਉਹਨਾਂ 'ਤੇ ਵੀ ਲਾਗੂ ਕਰ ਦਿਓ, ਨਾਲ ਕਰ ਦਿਓ ਉੱਥੇ, ਤਾਂ ਕਿ ਪਤਾ ਲੱਗ ਜਾਵੇ ਵੀ ਕੌਣ ਕੌਣ ਹੈ ਬਲੈਕ ਸ਼ੀਪਸ ਜਿਹੜੇ ਇਹੋ ਜਿਹੇ ਮਾਹੌਲ ਦੇ ਵਿੱਚ ਵੀ ਇੱਦਾਂ ਦੀ ਖਰਾਬੀ ਕਰਨ ਤੋਂ ਨਹੀਂ ਰੁਕਦੇ। ਜੀ। ਪਰ ਸਰ ਵੈਸੇ ਇਹ ਇਹੋ ਜਿਹੇ ਮੌਕੇ 'ਤੇ ਆਪਾਂ ਇਹ ਗੱਲ ਕਰ ਰਹੇ ਹਾਂ ਜਦੋਂ ਕਰੋਨਾ ਦਾ ਕਹਿਰ ਆ ਉਹ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਰ ਹੁਣ ਜਿਹੜੀ ਇੱਕ ਕਹਿ ਲਓ ਕਿ ਵੀ ਭਾਰਤ ਸਰਕਾਰ ਦੀ ਹੈਲਥ ਮਿਨਿਸਟਰੀ ਵੱਲੋਂ ਵੀ ਇਹ ਗੱਲ ਸਾਹਮਣੇ ਆਈ ਹੈ ਜਾਂ ਵੱਖ-ਵੱਖ ਸਰਕਾਰਾਂ ਨੇ ਵੀ ਮੰਨਿਆ, ਡਾਕਟਰ ਵੀ ਕਹਿੰਦੇ ਆ
ਕਿ ਭਾਰਤ ਦੇ ਵਿੱਚ 80% ਤੋਂ ਵੱਧ ਮਰੀਜ਼ ਉਹ ਆ ਜਿਨ੍ਹਾਂ ਮਰੀਜ਼ਾਂ ਦੇ ਵਿੱਚ ਬਹੁਤੀ ਵਾਰ ਸਿੰਪਟਮ ਨਜ਼ਰ ਨਹੀਂ ਆਉਂਦੇ, ਤੇ ਉਹ ਜਿਹੜੇ ਸਿੰਪਟਮ ਨਾ ਨਜ਼ਰ ਆਉਣ ਵਾਲੇ ਮਰੀਜ਼ ਆ, ਮੰਨ ਲਓ ਅਗਲਾ ਬੰਦਾ ਚੰਗਾ ਭਲਾ ਜਾਪਦਾ, ਉੱਤੋਂ ਤੁਸੀਂ ਖਰਾਬ ਕਿੱਟ ਨਾਲ ਉਹਦੀ ਟੈਸਟਿੰਗ ਕਰ ਲਈ, ਤੁਸੀਂ ਉਹਨੂੰ ਓਕੇ ਰਿਪੋਰਟ ਕਰਤਾ, ਪਤਾ ਲੱਗਿਆ ਵੀ ਉਹ ਬੰਦਾ ਕੈਰੀਅਰ ਸੀਗਾ, ਅੱਗੇ ਜਾ ਕੇ ਉਹ ਫੈਲਾ ਸਕਦਾ, ਤੇ ਤੁਹਾਨੂੰ ਨਹੀਂ ਲੱਗਦਾ ਵੀ ਇੱਕ ਡਿਜ਼ਾਸਟਰ ਹੋ ਸਕਦਾ? ਦੇਖੋ, ਇੱਥੇ ਸਾਡੇ 2-3 ਵੱਡੇ ਮੀਡੀਆ ਅਦਾਰੇ ਆ ਜਿਹੜੇ ਹਰ ਸਾਲ ਇਸ ਤਰ੍ਹਾਂ ਦੀ ਕਨਕਲੇਵ ਕਰਾਉਂਦੇ। ਉਸ ਕਨਕਲੇਵ ਦੇ ਵਿੱਚ ਵੱਡੇ ਵੱਡੇ ਲੋਕਾਂ ਨੂੰ ਸੱਦ ਕੇ ਉਹਨਾਂ ਦੇ ਵਿਚਾਰ ਸੁਣਦੇ ਜੀ, ਲੀਡਰਾਂ ਦੇ ਵੀ, ਸਾਇੰਸਦਾਨਾਂ ਦੇ ਵੀ, ਫਾਈਨੈਂਸ਼ੀਅਲ ਐਕਸਪਰਟ ਜਿਹੜੇ ਉਹਨਾਂ ਦੇ ਵੀ। ਇਸ ਵਾਰੀ ਉਹਨਾਂ ਨੇ ਉਸ ਤਰ੍ਹਾਂ ਦੀ ਕਨਕਲੇਵ ਨਹੀਂ ਕਰਾਈ, ਪਰ ਉਹਦੇ ਬਜਾਏ ਉਹਨਾਂ ਨੇ ਜਿਹੜੀ ਵੀਡੀਓ ਕਾਨਫਰੰਸਿੰਗ ਕਨਕਲੇਵ ਕਰ ਲਈ। ਜੀ, ਉਹਦੇ 'ਚ ਪਰਸੋਂ ਇੱਕ ਸੰਸਾਰ ਪੱਧਰ ਦਾ ਸਾਇੰਟਿਸਟ ਬੋਲਿਆ, ਪੀਟਰ ਕੋਚਿੰਸਕੀ। ਜੀ, ਉਹਨੇ ਆਖਿਆ ਕਿ ਇਹਦੇ 'ਚ ਕਈ ਕਿਸਮ ਦੇ ਵਾਇਰਸ ਨੇ। ਇੱਕ ਤਾਂ ਇਹ ਸਿੱਧੀ ਜਿਹੀ ਗੱਲ ਆ ਕਿ ਇਹਦਾ ਵਾਇਰਸ ਪਿਛਲੇ ਸਾਰੇ ਵਾਇਰਸ ਜਿੰਨੇ ਸੀ ਉਹਨਾਂ ਨਾਲੋਂ ਤੇਜ਼ ਹੈ। ਜੀ, ਉਹ ਸ਼ੁਰੂਆਤ ਉਹਨੇ ਇੱਥੋਂ ਕੀਤੀ ਹੈ ਕਿ ਕੋਈ ਵੀ ਵਾਇਰਸ ਜਿਹੜਾ ਗੈਰ ਕੁਦਰਤੀ ਨਹੀਂ, ਜੀ, ਇਹ ਸਾਰੇ ਕੁਦਰਤੀ ਤੌਰ 'ਤੇ ਨੇ, ਉਹ ਕੁਦਰਤ ਦਾ ਹਿੱਸਾ ਨੇ। ਗੈਰ ਕੁਦਰਤੀ ਕੋਈ ਗੱਲ ਇਸ ਵੇਲੇ ਨਹੀਂ ਹੋ ਰਹੀ। ਦੂਸਰਾ ਉਹਨੇ ਆਖਿਆ ਕਿ ਜਿੰਨੇ ਵਾਇਰਸ ਆਉਂਦੇ ਉਹਨਾਂ 'ਚੋਂ ਚੰਗਾ ਵੀ ਹੋ ਸਕਦਾ, ਮਾੜਾ ਵੀ ਹੋ ਸਕਦਾ। ਇੱਕੋ ਟਾਈਮ ਦੇ ਉੱਤੇ ਕੁਝ ਵਾਇਰਸ ਇਹੋ ਜਿਹੇ ਨੇ ਜਿਹੜੇ ਇੱਕ ਪਾਸੇ ਫਾਇਦਾ ਕਰਦੇ, ਦੂਜੇ ਪਾਸੇ ਨੁਕਸਾਨ ਕਰਦੇ। ਜੀ, ਇਹਨਾਂ ਨੂੰ ਪਛਾਣਨਾ ਸਾਡਾ ਕੰਮ ਹੈ। ਤੀਜਾ ਉਹਨੇ ਆਖਿਆ ਕਿ ਆਹ ਜਿਹੜਾ ਹੁਣ ਵਾਇਰਸ ਆਇਆ ਕੋਵਿਡ-19 ਦੇ ਨਾਂ ਦੇ ਉੱਤੇ, ਇਹ ਜਿਹੜਾ ਨਵਾਂ ਵਾਇਰਸ ਆ ਪਿਛਲੇ ਸਾਰਿਆਂ ਨਾਲੋਂ ਖਤਰਨਾਕ ਆ। ਇੱਕ ਕਿਸਮ ਦਾ ਇਹ ਸ਼ੈਤਾਨ ਦੀ ਟੂਟੀ ਆ, ਇਹਨੂੰ ਕਹ ਲਓ। ਜੀ, ਇਹ ਬਹੁਤ ਖਤਰਨਾਕ ਵਾਇਰਸ ਹੈ। ਇਹਦੇ 'ਚ ਸਭ ਤੋਂ ਵੱਡਾ ਔਗਣ ਇਹ ਆ ਕਿ ਕਿਸੇ ਦੇ ਵਿੱਚ ਹੋਵੇ, ਇਹਦਾ ਛੇਤੀ ਕਿਤੇ ਪਤਾ ਹੀ ਨਹੀਂ ਲੱਗਦਾ। ਜੀ, ਬੰਦਾ ਨਾਰਮਲ ਹੈ, ਉਹ ਤੁਹਾਡੇ ਨਾਲ ਰੋਜ਼ ਮਿਲਦਾ, ਉਹਦੇ 5-4 ਦਿਨਾਂ ਬਾਅਦ ਨਾ ਉਹਨੂੰ ਖੰਘ, ਨਾ ਛਿੱਕ, ਨਾ ਜ਼ੁਕਾਮ। ਅਚਾਨਕ ਉਹਨੂੰ ਛਿੱਕਾਂ, ਖੰਘ, ਮਾੜਾ ਮੋਟਾ ਬੁਖਾਰ ਸ਼ੁਰੂ ਹੁੰਦਾ, ਫਿਰ ਤੁਸੀਂ ਚੈੱਕ ਕਰਾਉਂਦੇ ਆ। ਉਦੋਂ ਤੱਕ ਉਹ ਨਾਲ ਫਿਰਦਿਆਂ ਨੂੰ ਇਹ ਕੁਝ ਨਾ ਕੁਝ ਟਰਾਂਸਮਿਟ ਕਰ ਚੁੱਕਾ ਹੁੰਦਾ, ਦੂਸਰਿਆਂ ਤੱਕ ਉਹ ਵਾਇਰਸ ਪਹੁੰਚਾ ਚੁੱਕਾ ਹੁੰਦਾ। ਜੀ, ਉਹ ਕਹਿੰਦੇ ਵਾਇਰਸ ਇਹੋ ਜਿਹਾ ਜਿਹੜਾ ਲੁਕਿਆ ਰਹਿੰਦਾ ਤੇ ਲੁਕ ਕੇ ਨਾਲਦਿਆਂ ਤੇ ਆਂਢ ਗੁਆਂਢ ਵਾਲਿਆਂ ਤੇ ਵਾਰ ਕਰਦਾ। ਜਦੋਂ ਉਹਨਾਂ ਤੇ ਵਾਰ ਕਰ ਲੈਂਦਾ, ਜਿਹੜੀ ਬਾਡੀ ਦੇ ਵਿੱਚ ਹੈਗਾ, ਜਿਹੜੇ ਸਰੀਰ ਦੇ ਵਿੱਚ ਹੈਗਾ, ਉਹਦੀ ਪਛਾਣ ਬਾਅਦ 'ਚ ਹੋਣ ਦਿੰਦਾ। ਇਹਦਾ ਕਰਕੇ ਇਹਨੂੰ ਡਿਟੈਕਟ ਕਰਨ 'ਚ, ਇਹਨੂੰ ਪਛਾਣਨ 'ਚ, ਪਕੜਨ ਦੇ ਵਿੱਚ ਬੜੀ ਸਮੱਸਿਆ ਆ ਰਹੀ ਆ। ਕਈ ਵਾਰੀ ਇਹ ਵੀ ਹੁੰਦਾ ਕਿ ਮੁੱਢਲੀਆਂ ਰਿਪੋਰਟਾਂ 'ਚ ਨਹੀਂ ਲੱਭਦਾ, ਦੂਜੀ ਜਾਂ ਤੀਜੀ ਰਿਪੋਰਟ 'ਚ ਆ ਜਾਂਦਾ। ਇਹ ਉਹਦਾ ਕਰਕੇ ਹੁਣ ਜਿਹੜੇ ਤਾਜ਼ਾ ਹਾਲਾਤ ਨੇ ਉਹਨਾਂ 'ਚ ਸਾਰੇ ਦੇਸ਼ਾਂ ਵਿੱਚ ਹੀ ਸਾਇੰਸਦਾਨ ਹਰ ਦੇਸ਼ ਦੇ ਲੱਗੇ ਇਸੇ ਗੱਲ ਤੇ ਕਿ ਅਸੀਂ ਕੁਝ ਲੱਭ ਲਈਏ। ਅਸੀਂ ਰੋਜ਼ ਸੁਣਦੇ ਹਾਂ, ਇੱਕ ਦੇਸ਼ ਵਾਲੇ ਕਹਿੰਦੇ ਆ ਅਸੀਂ ਤਾਂ ਜੀ ਇਹਦੀ ਵੈਕਸੀਨ ਬਣਾ ਲਈ, ਬਸ ਛੇਤੀ ਟੈਸਟ ਕਰਨ ਲੱਗੇ। ਅਗਲੇ ਦਿਨ ਦੂਜੇ ਤੋਂ ਸੁਣਦੇ ਹਾਂ, ਫਿਰ ਅਸੀਂ ਅਗਲੇ ਦਿਨ ਤੀਜੇ ਤੋਂ ਸੁਣਦੇ ਹਾਂ। ਆ ਪਿਛਲੇ 2 ਮਹੀਨਿਆਂ 'ਚ ਅਸੀਂ ਇਹੋ ਕੁਝ ਕਰਦੇ ਪਏ ਹਾਂ। ਅਜੇ ਤੱਕ ਕਿਸੇ ਤੋਂ ਵਾਇਰਸ ਜਿਹੜਾ ਵਾ ਇਹਦੀ ਵੈਕਸੀਨ ਕਿਸੇ ਤੋਂ ਬਣੀ ਤੇ ਹੈ ਨਹੀਂ। ਹੁਣ ਅਮਰੀਕਾ ਵਾਲੇ ਕਹਿੰਦੇ ਆ ਕਿ ਅਸੀਂ ਇੱਕ ਬਣਾ ਲਈ ਆ ਭਲਕ ਤੋਂ ਉਹਦੇ ਟੈਸਟ ਸ਼ੁਰੂ ਕਰਨੇ। ਜਿਹੜੇ ਇਹ ਇੰਗਲੈਂਡ ਵਾਲੇ ਉਹ ਵੀ ਕਹਿੰਦੇ ਆ, ਪਰ ਕਿਹਦੇ ਕੋਲ ਆ ਅਜੇ ਤੱਕ ਕੋਈ ਨਹੀਂ। ਚਰਚਾ ਇਹ ਵੀ ਹੈ ਕਿ ਚੀਨ ਨੇ ਸ਼ਾਇਦ ਬਣਾ ਲਈ, ਆਪਣਾ ਦੇਸ਼ ਸੰਭਾਲ ਲਿਆ, ਬਾਕੀਆਂ ਨੂੰ ਦੱਸ ਨਹੀਂ ਰਿਹਾ। ਜੇ ਬਾਕੀਆਂ ਨੂੰ ਦੱਸ ਨਹੀਂ ਰਿਹਾ ਤੇ ਈਰਾਨ ਵਾਲਿਆਂ ਨੇ ਕਿੱਦਾਂ ਰੋਕ ਲਿਆ? ਜੀ, ਈਰਾਨ ਦੇ ਵਿੱਚ ਵੀ ਤਾਂ ਰੁਕਿਆ ਪਿਆ। ਕੁਝ ਹੋਰ ਦੇਸ਼ਾਂ ਨੇ ਵੀ ਬਿਮਾਰੀ ਵਧਣ ਤੋਂ ਰੋਕ ਲਈ ਹੈ। ਕਿਤੇ ਨਾ ਕਿਤੇ ਕੋਈ ਗੱਲ ਹੈ ਜ਼ਰੂਰ ਆ ਜਿਹੜੀ ਅਜੇ ਤੱਕ ਸਾਹਮਣੇ ਨਹੀਂ ਆ ਰਹੀ। ਤੇ ਜੇ ਕੱਲ੍ਹ ਨੂੰ ਇਹ ਸਾਹਮਣੇ ਆਈ, ਕੋਈ ਵੱਡਾ ਸਕੈਂਡਲ ਵੀ ਬਣ ਸਕਦਾ। ਅਸੀਂ ਨਹੀਂ ਚਾਹੁੰਦੇ ਕਿ ਇਸ ਬਿਮਾਰੀ ਦੇ ਵਿੱਚੋਂ ਕੋਈ ਇੰਟਰਨੈਸ਼ਨਲ ਸਕੈਂਡਲ ਲੱਭੇ, ਕਿਉਂਕਿ ਜੇ ਇੰਟਰਨੈਸ਼ਨਲ ਸਕੈਂਡਲ ਲੱਭਾ ਤਾਂ ਉਹਦੇ ਨਾਲ ਇੱਕ ਨਵਾਂ ਪੌੜਾ ਪੈ ਜਾਏਗਾ। ਪਰ ਇਹ ਹਰ ਬੰਦੇ ਦੀ ਲੋੜ ਹੈ ਕਿ ਇਸ ਬਿਮਾਰੀ ਨੂੰ ਕਾਬੂ ਕੀਤਾ ਜਾਵੇ। ਜਿੱਦਾਂ ਮਰਜ਼ੀ ਕਰਨ, ਸਾਇੰਟਿਸਟ ਲੱਗੇ, ਉਹਨਾਂ ਦੇ ਉੱਤੇ ਭਰੋਸਾ ਕਰਨਾ ਚਾਹੀਦਾ। ਸਿਆਸੀ ਲੀਡਰ ਜਿਹੜੇ ਚੌਕੇ ਛੱਕੇ ਮਾਰਦੇ ਆ ਕ੍ਰਿਕਟ ਵਾਂਗ, ਉਹ ਬੰਦ ਹੋਣੇ ਚਾਹੀਦੇ ਆ। ਸਾਰਿਆਂ ਦੇਸ਼ਾਂ ਦੇ ਵਿੱਚ ਹੀ ਸਿਆਸੀ ਲੀਡਰਾਂ ਦੀ ਚਾਂਦਵਾਰੀ ਜਿਹੜੀ ਉਹ ਜ਼ਿਆਦਾ ਚੱਲਦੀ ਪਈ। ਤੇ ਸਿਆਸੀ ਲੀਡਰਾਂ 'ਚੋਂ ਸਭ ਤੋਂ ਵੱਡਾ ਲੀਡਰ ਤੇ ਟਰੰਪ ਹੈ ਜੀ, ਤੇ ਉਹ ਅਜੇ ਤੱਕ ਇਸ ਚੀਜ਼ ਦੀ ਗੰਭੀਰਤਾ ਨੂੰ ਸਮਝਣ 'ਚ ਨਾਕਾਮ ਰਿਹਾ ਲੱਗਦਾ। ਕਿਉਂਕਿ ਉਹਨੂੰ ਗਾਂਹ ਹੁਣ ਇਹ ਹੈ ਕਿ ਮਈ 'ਚ ਮੈਂ ਚੋਣ ਰੈਲੀਆਂ ਸ਼ੁਰੂ ਕਰਨੀਆਂ ਤੇ ਆਪਾਂ ਨੂੰ ਆਪਣੀ ਰਾਸ਼ਟਰਪਤੀ ਦੀ ਕੁਰਸੀ ਪੱਕੀ ਕਰਨ ਵਾਲਾ ਦੁਨੀਆ ਜਾਵੇ ਢੱਠੇ ਖੂਹ 'ਚ। ਇਹ ਗੱਲ ਲੱਗਦਾ ਇਹ ਹੈ ਕਿ ਅਮਰੀਕਾ ਦੇ ਲੋਕਾਂ ਨੂੰ ਸਮਝ ਆਉਣ ਲੱਗ ਪਈ, ਕਿਉਂਕਿ ਸੁਣਨ 'ਚ ਆਇਆ ਕਿ ਅਮੀਰ ਤਰੀਨ ਲੋਕ ਉੱਥੋਂ ਦੇ ਪਲਾਇਨ ਕਰਨ ਬਾਰੇ ਸੋਚ ਰਿਹਾ ਜੀ। ਦੇਖੋ, ਜਿਹੜੇ ਅਮੀਰ ਉੱਥੋਂ ਖਿਸਕਣ ਦੀ ਸੋਚ ਰਹੇ ਆ, ਰਿਪੋਰਟਾਂ ਮੈਂ ਵੀ ਪੜ੍ਹੀਆਂ ਨੇ, ਉਹ ਇਸ ਕਰਕੇ ਨਹੀਂ ਕਿ ਇਹਨੇ ਚੋਣ ਰੈਲੀਆਂ ਕਰਨੀਆਂ। ਉਹ ਇਸ ਗੱਲ ਦੀ ਚਿੰਤਾ ਉੱਥੇ ਸਾਰੇ ਜਿਹੜੇ ਸੂਝਵਾਨ ਲੋਕ ਉਹਨਾਂ ਨੂੰ ਹੈਗੀ ਆ ਕਿ ਬਿਮਾਰੀ ਕੰਟਰੋਲ ਤੋਂ ਬਾਹਰ ਹੁੰਦੀ ਜਾਂਦੀ ਆ ਜੀ, ਤੇ ਜੇ ਇਹ ਕਾਬੂ ਨਾ ਕੀਤੀ ਗਈ ਤੇ ਇੱਥੇ ਪਤਾ ਨਹੀਂ ਕੀ ਬਣਨਾ। ਜਿਨ੍ਹਾਂ ਕੋਲ 4 ਪੈਸੇ ਹੁੰਦੇ ਆ ਉਹ ਜੰਗਾਂ ਦੇ ਵਕਤ ਵੀ ਛੱਡ ਕੇ ਭੱਜ ਜਾਂਦੇ ਨੇ ਜੀ। ਉਹ ਹੜ੍ਹ ਸੋਕਾ ਕੋਈ ਮੁਸ਼ਕਲ ਹੋਵੇ ਬਾਹਰ ਨੂੰ ਨਿਕਲ ਜਾਂਦੇ ਨੇ। ਕਿਸੇ ਥਾਂ ਦੇ ਉੱਤੇ ਕੋਈ ਝਗੜਾ ਹੁੰਦਾ ਹੋਵੇ, ਦੰਗਾ ਫਸਾਦ ਹੁੰਦਾ ਹੋਵੇ, ਉਹ ਬਾਹਰ ਚਲ ਜਾਂਦੇ 4 ਦਿਨ ਪਹਾੜਾਂ 'ਤੇ। ਇਸ ਵੇਲੇ ਅਸੀਂ ਇਹ ਗੱਲ ਅਮਰੀਕਾ 'ਚੋਂ ਬਾਅਦ ਸੁਣੀ ਆ। ਪਹਿਲਾਂ ਅਸੀਂ ਜਿਹੜੇ ਅਖਾੜੀ ਦੇ ਦੇਸ਼ ਆ
ਜਿੱਥੇ ਤੇਲ ਬਹੁਤ ਹੁੰਦਾ। ਜੀ ਇਹਨਾਂ ਦੇਸ਼ਾਂ 'ਚੋਂ ਸੁਣਿਆ ਸੀ ਕਿ ਜਿਹੜੇ ਵੱਡੇ ਵੱਡੇ ਅਮੀਰ ਨੇ, ਜਿਨ੍ਹਾਂ ਕੋਲ ਪੈਸਾ ਇੰਨਾ ਕਿ ਕੋਈ ਗਿਣਤੀ ਨਹੀਂ, ਆਪੋ ਆਪਣੇ ਜਹਾਜ਼ ਵੀ ਰੱਖੀ ਬੈਠੇ ਤੇ ਆਪਣੇ ਆਪਣੇ ਰਨਵੇ ਵੀ ਬਣਾਈ ਬੈਠੇ ਨੇ, ਜੀ ਉਹਨਾਂ ਨੇ ਆਪਣੀਆਂ ਮਹਿਲਾਂ ਦੇ ਥੱਲੇ ਇਸ ਤਰ੍ਹਾਂ ਦੇ ਭੋਰੇ ਪੁੱਟ ਲਏ ਨੇ ਵੀ ਅਸੀਂ ਜੇ ਲੋੜ ਪਈ ਤਾਂ 6 ਮਹੀਨੇ ਉੱਥੇ ਹੀ ਬਹਿ ਰਹਿਣਾ। ਸਮਾਨ ਵੀ ਇਹਨਾਂ ਨੇ ਅੰਦਰ ਭਰ ਲਿਆ। ਜੀ ਹੁਣ ਉਹ ਸਾਰਾ ਕੁਝ ਜੋ ਅਸੀਂ ਸੁਣਦੇ ਸਾਂ, ਇਹ ਨਹੀਂ ਸਮਝ ਲੱਗਦੀ ਕਿ ਇਹਦਾ ਮਤਲਬ ਉਹਨਾਂ ਭੋਰਿਆਂ ਤੱਕ ਵਾਇਰਸ ਨਾ ਜਾਵੇਗਾ। ਜੀ ਹੁਣ ਇਹ ਜਿਹੜੀ ਨਵੀਂ ਰਿਪੋਰਟ ਆਈ ਆ ਕਿ ਅਮਰੀਕਾ ਵਿੱਚ ਜਿਹੜੇ ਬਹੁਤ ਵੱਡੇ ਅਮੀਰ ਨੇ, ਉਹਨਾਂ ਵਿੱਚੋਂ ਕਈਆਂ ਨੇ ਇਹ ਤਿਆਰੀ ਆਰੰਭ ਕਰ ਲਈ ਆ ਕਿ ਜੇ ਥੋੜ੍ਹੀ ਜਿਹੀ ਬਿਮਾਰੀ ਫੈਲੀ, ਜੇ ਸਾਡੇ ਵਾਲੇ ਇਲਾਕੇ 'ਚ ਆਈ ਤੇ ਉਦੋਂ ਤੱਕ ਅਸੀਂ ਆਪਣਾ ਸਮਾਨ ਤਿਆਰ ਰੱਖਣਾ। ਉਹਨਾਂ ਦਾ ਅਗਲਾ ਡੈਸਟੀਨੇਸ਼ਨ ਇਹ ਹੈ ਕਿ ਇੱਥੋਂ ਨਿਕਲ ਕੇ ਨਿਊਜ਼ੀਲੈਂਡ ਚੱਲਣਾ। ਇਸ ਵੇਲੇ ਤੱਕ ਨਿਊਜ਼ੀਲੈਂਡ ਹੈ ਜਿਹਨੂੰ ਬਹੁਤ ਸੇਫ ਗਿਣਿਆ ਜਾਂਦਾ। ਉੱਥੋਂ ਦੀ ਪ੍ਰਧਾਨ ਮੰਤਰੀ ਬਾਰੇ ਨਿਊਜ਼ੀਲੈਂਡ ਦੇ ਆਪਣੇ ਲੋਕ ਵੀ ਇਹ ਕਹਿੰਦੇ ਆ ਕਿ ਉਹਨੇ ਜਿਸ ਤਰ੍ਹਾਂ ਦੇਸ਼ ਨੂੰ ਸੰਭਾਲਿਆ, ਉਹਨੂੰ ਇੱਕ ਕਿਸਮ ਦਾ ਮਿਸਾਲ ਮੰਨਿਆ ਜਾ ਸਕਦਾ। ਜੀ ਪਰ ਇਹ ਸਾਰੇ ਲੋਕ ਜਿਹੜੇ ਜੇ ਉਸ ਪਾਸੇ ਨੂੰ ਤੁਰਨ ਲੱਗ ਪਏ। ਹੁਣ ਜਦੋਂ ਜਾਣਾ ਸੋ ਜਾਣਾ, ਮੈਂ ਪਹਿਲਾਂ ਹੀ ਕਿਹਾ ਕਿ ਇਹਦਾ ਵਾਇਰਸ ਇਹੋ ਜਿਹਾ ਇਸ ਵਾਰੀ ਜਿਹੜਾ ਪਹਿਲਾਂ ਪਤਾ ਨਹੀਂ ਲੱਗਦਾ, ਜੀ ਜਦੋਂ ਪਤਾ ਲੱਗਦਾ ਉਦੋਂ ਤੱਕ ਬਿਮਾਰੀ ਦੂਜਿਆਂ ਤੱਕ ਫੈਲ ਚੁੱਕੀ ਹੁੰਦੀ ਹੈ। ਉਹਨਾਂ ਦੇ ਘਰਾਂ 'ਚ ਨੌਕਰ ਵੀ ਕੰਮ ਕਰਦੇ ਨੇ, ਉਹਨਾਂ ਦੇ ਘਰਾਂ 'ਚ ਉਹਨਾਂ ਦੇ ਮੈਨੇਜਰ ਤੇ ਦੂਸਰੇ ਤੀਸਰੇ ਪਿਆਦੇ ਵੀ ਉਹਨਾਂ ਕੋਲ ਆਉਂਦੇ ਹੋਣਗੇ, ਉਹ ਸਾਰੇ ਮਿਲਦੇ ਹੋਣਗੇ। ਜੀ ਜਿਹੜੇ ਪਿਆਦੇ ਆਉਂਦੇ ਆ, ਜਿਹੜੇ ਮੈਨੇਜਰ ਆਉਂਦੇ ਆ, ਜਿਹੜੇ ਉਹਨਾਂ ਦੇ ਹੋਰ ਆਫੀਸਰ ਆਉਂਦੇ ਨੇ, ਨੌਕਰ ਆਉਂਦੇ ਨੇ, ਜੇ ਹੁਣ ਤੱਕ ਉਹਨਾਂ 'ਚੋਂ ਕੋਈ ਕਰੋਨਾ ਪੋਜ਼ਿਟਿਵ ਹੋ ਚੁੱਕਾ ਹੋਇਆ ਤੇ ਮਿਲਦਿਆਂ ਗਿਲਦਿਆਂ ਇਹਨਾਂ ਨੂੰ ਹੁਣ ਤੱਕ ਦੇ ਵੀ ਚੁੱਕਾ ਹੋਇਆ, ਤੇ ਫਿਰ ਤਾਂ ਪੰਡਾਂ ਬੰਨੀਆਂ ਵੀ ਰਹਿ ਜਾਣਗੀਆਂ। ਉਹ ਬੈਗ ਤਿਆਰ ਕੀਤੇ ਇੱਥੇ ਪੈ ਰਹਿਣਗੇ। ਜੀ ਫਲਾਈਟਾਂ ਦਾ ਕੀ ਕਰਨਗੇ? ਫਿਰ ਤਾਂ ਕਿਸੇ ਉਧਰ ਵਾਲਾ ਵੀ ਘਰ ਨਹੀਂ ਵੜਨ ਦੇਣਾ। ਇੱਧਰੋਂ ਵੀ ਜਾਣ ਲੱਗਿਆ ਸ਼ਾਇਦ ਇੱਥੋਂ ਦੀ ਸਰਕਾਰ ਰੋਕ ਲਵੇ। ਸੋ ਜਿਹੜੀ ਇਹ ਖਬਰ ਆਈ ਹੈ ਕਿ ਉੱਥੋਂ ਦੇ ਅਮੀਰਾਂ 'ਚ ਬਹੁਤ ਜ਼ਿਆਦਾ ਘਬਰਾਹਟ ਹੈ ਕਿ 4-6 ਮਹੀਨੇ ਵਾਸਤੇ ਇੱਥੋਂ ਬਾਹਰ ਨਿਕਲ ਜਾਓ। ਇਹ ਪਤਾ ਨਹੀਂ ਕਿਉਂ ਹੈ, ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਅਮੀਰਾਂ ਤੋਂ ਸ਼ੁਰੂ ਹੁੰਦੀਆਂ, ਫਿਰ ਆਮ ਲੋਕਾਂ ਤੱਕ ਵੀ ਉਹ ਘਬਰਾਹਟ ਪਹੁੰਚਦੀ ਆ। ਇਸ ਬਿਮਾਰੀ ਨਾਲ ਲੜਨ ਵਾਸਤੇ ਡਾਕਟਰ ਇਹ ਕਹਿੰਦੇ ਆ ਕਿ ਸਭ ਤੋਂ ਵੱਡੀ ਇਹ ਗੱਲ ਚਾਹੀਦੀ ਆ ਕਿ ਤੁਹਾਡਾ ਮੋਰਾਲ ਬਹੁਤ ਹਾਈ ਹੋਵੇ, ਹੌਸਲਾ ਬਹੁਤ ਉੱਚਾ ਚਾਹੀਦਾ, ਚੜ੍ਹਦੀ ਕਲਾ ਚਾਹੀਦੀ। ਜੇ ਲੋਕਾਂ ਦੇ ਹੌਸਲੇ ਟੁੱਟ ਜਾਣ, ਜਦੋਂ ਲੋਕੀ ਇਹੋ ਜਿਹੀ ਬਿਮਾਰੀ ਦੇ ਸਾਹਮਣੇ ਇੱਕ ਵਾਰੀ ਡਿਪਰੈਸ਼ਨ 'ਚ ਚਲ ਜਾਂਦੇ ਆ, ਮਨ ਦੇ ਉੱਤੇ ਕੋਈ ਇਹੋ ਜਿਹੀ ਭਾਵਨਾ ਆ ਜਾਂਦੀ ਆ ਕਿ ਹੁਣ ਤਾਂ ਨਹੀਂ ਬਚਿਆ ਜਾਣਾ। ਉਹ ਸਾਡੇ ਪਿੰਡਾਂ 'ਚ ਕਹਿੰਦੇ ਨੇ ਵੀ ਜੇ ਕੋਈ ਬੁੱਢਾ ਉਹੋ ਜਿਹੇ ਹਾਲਤ ਵਿੱਚ ਹੋਵੇ ਨਾ, ਜ਼ਿਆਦਾ ਬੁੱਢਾ, ਤੇ ਪਤਾ ਲੈਣ ਜਿਹੜੇ ਆਉਣਗੇ ਤੇ ਉਹ ਲਾਗੇ ਖਲੋ ਕੇ ਕਹੀ ਜਾਣਗੇ ਹਾਂ ਇਹ ਤਾਂ ਹੁਣ ਨਹੀਂ ਬਚਦਾ, ਇਹਨੂੰ ਤਾਂ ਜਿਉਂਦੇ ਨੂੰ ਕੀੜੀਆਂ ਚੜੀਆਂ। ਉਹ ਜਿਹੜੇ ਇੱਦਾਂ ਕਰਨ ਲੱਗ ਪੈਂਦੇ ਆ ਨਾ, ਉਹ ਨਹੀਂ ਵੀ ਮਰਦਾ ਤੇ ਮਾਰ ਦਿੰਦੇ ਹੁੰਦੇ ਆ। ਆਹ ਜਿਹੜੀ ਅਮੀਰਾਂ ਵਾਲੀ ਖਬਰ ਉੱਥੋਂ ਆਈ ਆ, ਇਹ ਬਾਕੀ ਲੋਕਾਂ 'ਚ ਕਿਸੇ ਕਿਸਮ ਦੀ ਡਿਪਰੈਸ਼ਨ ਦਾ ਕਾਰਨ ਵੀ ਬਣ ਸਕਦੀ ਆ। ਜੇ ਖਬਰ ਸੱਚੀ ਹੋਵੇ ਤੇ ਸਰਕਾਰ ਨੂੰ ਇਹੋ ਜਿਹੇ ਲੋਕਾਂ ਬਾਰੇ ਵੀ ਸਖਤੀ ਕਰਨੀ ਚਾਹੀਦੀ ਹੈ। ਵੈਸੇ ਡਿਪਰੈਸ਼ਨ ਪਨੂ ਸਾਹਿਬ ਆਪਣੇ ਇੰਡੀਆ 'ਚ ਤੇ ਖਾਸ ਕਰਕੇ ਪੰਜਾਬ 'ਚ ਤੇ ਪੈਰ ਪਸਾਰਨ ਲੱਗ ਪਿਆ, ਕਿਉਂਕਿ ਕੱਲ੍ਹ ਦੀ ਗੱਲ ਹੈ ਕਿ ਜਲੰਧਰ 'ਚ ਇੱਕ NRI ਸੀਗੇ ਜਿਹੜੇ ਇੱਧਰ ਆਏ ਤੇ ਇੱਧਰੋਂ ਬਾਅਦ 'ਚ ਜਾ ਨਹੀਂ ਸਕੇ, ਤੇ ਉਹਨਾਂ ਨੇ ਇਸੇ ਕਰਕੇ ਕਿ ਮੈਂ ਫਸ ਗਿਆ ਤੇ ਪਰਿਵਾਰ ਤੋਂ ਦੂਰ ਹਾਂ ਤੇ ਸੁਸਾਈਡ ਕਰ ਲਈ। ਉਸ ਤੋਂ ਬਾਅਦ ਇਹ ਵੀ ਸੁਣ 'ਚ ਆਇਆ ਸ਼ਾਇਦ ਪੰਜਾਬ ਸਰਕਾਰ ਨੇ ਕਿਸੇ ਐਪ ਦੇ ਵਿੱਚ ਵੀ ਇਨਫੋਰਮੇਸ਼ਨ ਦਿੱਤੀ ਹੈ ਕਿ ਤੁਸੀਂ ਘਰ ਬੈਠੇ ਹੋ, ਕੋਈ ਪ੍ਰੋਬਲਮ ਆ ਤਾਂ ਡਾਕਟਰ ਨਾਲ ਗੱਲ ਕਰ ਲਓ, ਪਰ ਆਹ ਸਟੈਪ ਨਾ ਚੱਕੋ। ਗੁਰਪ੍ਰੀਤ ਜੀ, ਇਹ ਪਹਿਲਾ ਨਹੀਂ ਤੀਜਾ ਕੇਸ ਹੈ। ਜੀ ਪਹਿਲਾ ਕੇਸ ਸਾਡੇ ਜਲੰਧਰ 'ਚ ਹੀ ਹੋਇਆ ਸੀ। ਇੱਕ ਕੁੜੀ ਨੇ ਮਾਂ-ਬਾਪ ਦਾ ਪੈਸਾ ਖਰਚ ਕਰਵਾ ਕੇ ਟਰੈਵਲ ਏਜੰਟ ਦੇ ਰਾਹੀਂ ਸਾਰਾ ਕੁਝ ਤਿਆਰੀ ਕੀਤੀ, ਬਾਹਰਲੇ ਕਿਸੇ ਦੇਸ਼ ਵਿੱਚ ਜਾ ਕੇ ਦਾਖਲਾ ਲੈਣਾ, ਜੀ ਸਟੂਡੈਂਟ ਵੀਜ਼ਾ ਲੱਗ ਗਿਆ, ਸਭ ਕੁਝ ਹੋ ਗਿਆ। ਜਦੋਂ ਉਹਨੇ ਜਾਣਾ ਸੀ ਉਸ ਤੋਂ ਪਹਿਲਾਂ ਕਰਫਿਊ ਲੱਗ ਗਿਆ। ਉਹਨਾਂ ਦੇਸ਼ਾਂ ਨੇ ਵੀ ਆਪਣੇ ਸਿਟੀਜ਼ਨ ਤੇ ਮੰਗਾਉਣੇ ਸ਼ੁਰੂ ਕਰ ਦਿੱਤੇ, ਪਰ ਨਵਿਆਂ ਨੂੰ ਕਿਹਾ ਅਸੀਂ ਸੱਦਣਾ ਨਹੀਂ। ਉਹ ਘਰ ਦੇ ਵਿੱਚ ਬੈਠੀ ਇੱਕੋ ਗੱਲ ਕਰੀ ਜਾਵੇ, ਹੁਣ ਪਤਾ ਨਹੀਂ ਖੁੱਲ੍ਹਣਾ ਕਿ ਨਹੀਂ, ਪਤਾ ਨਹੀਂ ਮੇਰੀ ਪੜ੍ਹਾਈ ਐਵੇਂ ਹੀ ਜਾਣੀ ਆ, ਪਤਾ ਨਹੀਂ ਮੇਰੇ ਮਾਂ-ਬਾਪ ਦੇ ਪੈਸੇ ਲੱਗੇ ਐਵੇਂ ਜਾਣੇ ਆ, ਜੀ ਹਾਏ ਮੈਂ ਕੀ ਕਰੂੰ। ਤੇ ਇੱਕ ਦਿਨ ਘਰ ਦੇ ਸਾਰਾ ਪਰਿਵਾਰ ਥੱਲੇ ਬੈਠਾ ਸੀ, ਉਹ ਉੱਪਰਲੇ ਕਮਰੇ 'ਚ ਗਈ, ਜਾ ਕੇ ਉਹਨੇ ਫਾਹ ਲੈ ਲਿਆ। ਦੂਸਰੀ ਘਟਨਾ ਇਸੇ ਤਰ੍ਹਾਂ ਦੀ ਇੱਕ ਹੋਰ ਮੁੰਡੇ ਦੀ ਹੋਈ ਆ, ਉਹਦਾ ਵੀ ਵਰਕ ਪਰਮਿਟ ਦਾ ਵੀਜ਼ਾ ਲੱਗ ਚੁੱਕਾ ਸੀ। ਇਹ ਵੀ ਸਾਡੇ ਪੰਜਾਬ ਦਾ ਕੇਸ ਹੈ। ਜੀ ਉਹਨੇ ਜਾਣਾ ਸੀ, ਜਾ ਨਹੀਂ ਸਕਿਆ। ਮਾਲਵਾ ਸਾਈਡ ਤੋਂ ਉਹ ਖਬਰ ਆਈ ਸੀ, ਤੇ ਉਹ ਜਦੋਂ ਵੇਖਿਆ ਕਿ ਪਰਮਿਟ ਮੇਰੇ ਕੋਲ ਹੈ ਤੇ ਟਰੈਵਲ ਏਜੰਟ ਨੂੰ ਫੋਨ ਕੀਤਾ, ਤੇ ਟਰੈਵਲ ਏਜੰਟ ਨੇ ਆਖਿਆ ਜੀ ਮੈਨੂੰ ਨਹੀਂ ਪਤਾ ਹੁਣ ਪਰਮਿਟ ਅੱਗੋਂ ਵਧਾਉਣਗੇ ਕਿ ਨਹੀਂ ਵਧਾਉਣਗੇ, ਮੈਂ ਤਾਂ ਇੱਕ ਵਾਰੀ ਤੁਹਾਨੂੰ ਲੈ ਦਿੱਤਾ, ਜੀ ਹੁਣ ਤੁਸੀਂ ਜਾਣਦੇ ਕਿ ਨਹੀਂ ਜਾਂਦੇ ਮੇਰਾ ਕੰਮ ਨਹੀਂ। ਪੈਸੇ ਉਹ ਖਰਚ ਚੁੱਕਾ, ਉਹ ਵੀ ਇਸ ਤਰ੍ਹਾਂ ਕਰ ਗਿਆ ਸੀਗਾ ਖੁਦਕੁਸ਼ੀ। ਜੀ ਆਹ ਤੀਜਾ ਕੇਸ ਹੈ ਜਿਹੜਾ ਜਲੰਧਰ ਦੇ ਲਾਗੇ ਇੱਥੇ ਰਾਮਾ ਮੰਡੀ ਏਰੀਏ 'ਚ ਹੀ ਹੋਇਆ। ਉਸ ਰਾਮਾ ਮੰਡੀ ਏਰੀਏ 'ਚ ਜਿਹੜਾ ਕੇਸ ਹੋਇਆ, ਇਹ ਆਦਮੀ ਉੱਥੇ ਇੰਗਲੈਂਡ ਜਾ ਰਿਹਾ ਸੀ ਆਪਣੇ ਬੱਚਿਆਂ ਕੋਲ, ਪਰਿਵਾਰ ਕੋਲ। ਜੀ ਇਹਦਾ ਕਰੋਨਾ ਵਾਇਰਸ ਦਾ ਕਰਕੇ ਇੱਥੇ ਕਰਫਿਊ ਲੱਗ ਗਿਆ। ਕਰਫਿਊ 'ਚ ਇਹ ਜਾ ਨਹੀਂ ਸਕਦਾ, ਉਹ ਆ ਨਹੀਂ ਸਕਦੇ। ਇਹ ਇਕੱਲਾ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਹੈ, ਮੈਂ ਕਿੱਦਾਂ ਜਾਊਂ। ਬੱਚੇ ਰੋਜ਼ ਫੋਨ ਕਰਕੇ ਉਹ ਇਹਨੂੰ ਪੁੱਛਦੇ ਹੋਣਗੇ, ਕੋਈ ਨਾ ਕੋਈ ਗੱਲ ਇਸ ਤਰ੍ਹਾਂ ਦੀ ਹੋਈ ਹੋਵੇਗੀ। ਪਰਸੋਂ ਸ਼ਾਮ ਨੂੰ ਪਤਾ ਲੱਗਾ ਕਿ ਉਹ ਖੁਦਕੁਸ਼ੀ ਕਰ ਗਿਆ। ਜੀ ਜੇ ਇਹ ਗੱਲ
ਇਸ ਤਰ੍ਹਾਂ ਦੀ ਕਈ ਵਾਰੀ ਸਾਡੇ ਸਮਾਜ ਵਿੱਚ ਮੈਂ ਕੀ ਵੇਖਿਆ ਕਿ ਜੇ ਇੱਕ ਕਿਸਾਨ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਵੇ ਜੀ ਤੇ ਅਗਲੇ 8-10 ਦਿਨ ਇਹੋ ਜਿਹੀਆਂ ਖਬਰਾਂ ਆਉਂਦੀਆਂ ਹੁੰਦੀਆਂ ਸੀ, ਉੱਥੇ ਵੀ ਖੁਦਕੁਸ਼ੀ ਕਰ ਗਿਆ, ਉੱਥੇ ਵੀ ਕਰ ਗਿਆ, ਸਾਰੀਆਂ ਸਲਫਾਸ ਦੀਆਂ ਖਬਰਾਂ ਹੁੰਦੀਆਂ ਸੀ। ਜੀ ਜੇ ਇੱਕ ਜਣਾ ਫਾਹ ਲੈ ਲੇ ਤੇ ਮੁੜ ਕੇ ਖਬਰਾਂ ਆਉਂਦੀਆਂ ਹੁੰਦੀਆਂ ਫਾਹ ਲੈ ਲਿਆ, ਫਾਹ ਲੈ ਲਿਆ, ਫਾਹ ਲੈ ਲਿਆ। ਇੱਥੇ ਵੀ ਉਹਨਾਂ 3 ਕੇਸ ਫਾਹ ਵਾਲੇ ਨੇ। ਜਾਂ ਜੇ ਕੋਈ ਫਰਜ਼ ਕਰੋ ਗੱਡੀ ਅੱਗੇ ਛਾਲ ਮਾਰ ਦੇਵੇ, ਰੇਲ ਗੱਡੀ ਅੱਗੇ, ਤੇ ਫਿਰ ਉਹੀ ਖਬਰਾਂ ਆਉਂਦੀਆਂ ਹੁੰਦੀਆਂ ਸੀ। ਇਹ ਡਿਪਰੈਸ਼ਨ ਦੇ ਵਿੱਚ ਵੀ ਇੱਕ ਤੋਂ ਦੂਸਰਾ ਵੇਖੋ ਵੇਖੀ ਉਸ ਪਾਸੇ ਨੂੰ ਤੁਰਦੇ ਹੁੰਦੇ ਆ। ਇਸ ਡਿਪਰੈਸ਼ਨ ਦੇ ਮਾਮਲੇ 'ਚ ਪੰਜਾਬ ਸਰਕਾਰ ਹੋਵੇ, ਕੇਂਦਰ ਸਰਕਾਰ ਹੋਵੇ, ਇਹਨਾਂ ਸਾਰਿਆਂ ਨੂੰ ਕੁਛ ਨਾ ਕੁਛ ਇਸ ਤਰ੍ਹਾਂ ਦੇ ਪ੍ਰਬੰਧ ਕਰਨੇ ਚਾਹੀਦੇ ਆ। ਜੀ ਹੁਣ ਸਵਾਲ ਇਹ ਆ ਕਿ ਇਕੱਲੇ ਇਹੋ ਹੀ ਨਹੀਂ, ਇਹ ਤਾਂ ਭਲਾ ਇਹਨਾਂ ਬਾਹਰ ਜਾਣਾ ਸੀ। ਬੜੇ ਲੋਕ ਹੋ ਰਿਹਾ ਜਿਹੜੇ ਘਰਾਂ 'ਚ ਬੈਠੇ ਆ, ਜੀ ਉਹ ਇੱਕੋ ਗੱਲ ਕਹੀ ਜਾਂਦੇ ਹੁਣ ਘਰ ਅਸੀਂ ਤੜੇ ਬੈਠੇ ਆ, ਕੀ ਕਰੀਏ। ਮੈਨੂੰ ਅੱਜ ਸਵੇਰੇ ਕਿਸੇ ਨੇ ਵਿਦੇਸ਼ ਤੋਂ ਫੋਨ ਕੀਤਾ, ਉਹ ਕਹਿੰਦੇ ਜੀ ਅਸੀਂ ਰਾਤੀ ਵੀ ਤੁਹਾਡੀ ਗੱਲਬਾਤ ਸੁਣਦੇ ਹਟੇ ਆ, ਸਾਨੂੰ ਸਮਝ ਨਹੀਂ ਲੱਗਦੀ, ਸਾਡੀ ਸਰਕਾਰ ਸਾਨੂੰ ਮੰਗਾਉਂਦੀ ਨਹੀਂ, ਸਾਡਾ ਤਾਂ ਉੱਥੇ ਕਾਰੋਬਾਰ ਫੇਲ ਹੁੰਦਾ ਪਿਆ, ਅਸੀਂ ਤਾਂ ਜਾ ਕੇ ਕਣਕਾਂ ਸਾਂਭਣੀਆਂ ਸੀ, ਜੀ ਅਸੀਂ ਤਾਂ ਉੱਥੇ ਹੁਣ ਕਣਕਾਂ ਦਾ ਬਣਨਾ ਪਤਾ ਨਹੀਂ ਕੀ ਆ, ਇੱਥੇ ਸਾਨੂੰ ਰੋਟੀ ਸਵਾਦ ਨਹੀਂ ਲੱਗਦੀ। ਮੈਂ ਕਿਹਾ ਵੀ ਜਦੋਂ ਪਤਾ ਕਿ ਤੁਸੀਂ ਆ ਨਹੀਂ ਸਕਦੇ, ਇਹ ਪਤਾ ਕਿ ਭਾਰਤ ਸਰਕਾਰ ਨੇ ਫੈਸਲਾ ਕਰ ਲਿਆ ਜਦ ਤੱਕ ਸਥਿਤੀ ਕੰਟਰੋਲ 'ਚ ਨਹੀਂ ਆ ਜਾਂਦੀ ਅਸੀਂ ਬਾਹਰੋਂ ਕਿਸੇ ਨੂੰ ਆਉਣ ਨਹੀਂ ਦੇਣਾ, ਜੀ ਇਹ ਪਤਾ ਕਿ ਸਾਡੀ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਸਰਕਾਰ ਦੇ ਮਾਮਲੇ 'ਚ ਦਖਲ ਦੇਣਾ ਨਹੀਂ। ਜਦੋਂ ਪਤਾ ਤੇ ਭਾਣਾ ਕਿਹਨੂੰ ਕਹਿੰਦੇ? ਜੀ ਇਹੋ ਹੀ ਤਾਂ ਭਾਣਾ ਅਸੀਂ ਕਹਿੰਦੇ ਨੇ, ਭਾਣਾ ਮੰਨ ਲਓ। ਹੁਣ ਬੰਦਾ ਤੁਰ ਗਿਆ, ਪੇਸ਼ ਤਾਂ ਜਾਣੀ ਕੋਈ ਨਹੀਂ, ਆਹ ਫਲਾਨੀ ਗੱਲ ਹੋ ਗਈ, ਪੇਸ਼ ਤਾਂ ਜਾਣੀ ਕੋਈ ਨਹੀਂ। ਤੁਸੀਂ ਇਸ ਕਰਫਿਊ ਨੂੰ ਵੀ ਇੱਕ ਕਿਸਮ ਦਾ ਭਾਣਾ ਮੰਨ ਲਓ ਕਿ ਇਹ ਵੀ ਵਾਪਰ ਗਿਆ, ਹੁਣ ਆਪਾਂ ਕਰ ਕੁਛ ਨਹੀਂ ਸਕਦੇ, ਹੱਥਾਂ ਨੂੰ ਦੰਦੀਆਂ ਵੱਢੋਗੇ ਕੀ ਨਿਕਲੂ ਉਹ 'ਚੋਂ। ਇਹਦੇ ਬਜਾਏ ਤੁਸੀਂ ਇਸ ਹਾਲਾਤ ਦੇ ਵਿੱਚ ਜਿੱਥੇ ਬੈਠੇ ਆ, ਕੁਝ ਨਾ ਕੁਝ ਜੋ ਹੋਰ ਕਰ ਸਕਦੇ ਕਰੋ। ਕੁਝ ਜ਼ਰੂਰੀ ਨਹੀਂ ਵੀ ਇਹੋ ਹੀ ਆ, ਨਹੀਂ ਤਾਂ ਉਸ ਤਰ੍ਹਾਂ ਪਰਿਵਾਰ ਦੇ ਨਾਲ ਬਾਕੀਆਂ ਨਾਲ ਜੇ ਇੱਕ ਜਣਾ ਇਸ ਤਰ੍ਹਾਂ ਡਿਪਰੈਸ਼ਨ ਚੱਲ ਜਾਏਗਾ ਤੇ ਬਾਕੀ ਸਾਰੇ ਵੇਖੋ ਵੇਖੀ ਚੱਲ ਜਾਂਦੇ ਆ। ਜੀ ਕੁਝ ਲੋਕ ਇਸ ਤਰ੍ਹਾਂ ਦੇ ਆ ਜਿਹੜੇ ਇਹੋ ਜਿਹੇ ਡਿਪਰੈਸ਼ਨ ਦੇ ਮਾਹੌਲ ਵਿੱਚ ਵੀ ਕੁਛ ਨਾ ਕੁਛ ਕਰ ਜਾਂਦੇ ਆ। ਮੈਂ ਤੁਹਾਨੂੰ ਉਹ ਗੱਲ ਦੱਸੀ ਸੀ, ਮਹਾਰਾਸ਼ਟਰ ਦੇ ਵੈਸ਼ਨੋ ਜ਼ਿਲ੍ਹੇ ਦੇ ਵਿੱਚ ਮੀਆਂ ਬੀਵੀ ਨੇ ਦੋਵਾਂ ਜਣਿਆਂ ਰਲ ਕੇ ਇੰਨੇ ਦਿਨਾਂ ਦੇ ਵਿੱਚ ਇੱਕ ਖੂਹ ਪੁੱਟ ਲਿਆ। ਜੀ ਉਹ ਖੂਹ ਦੀ ਫੋਟੋ ਵੀ ਅੱਜ ਨੈੱਟ ਤੇ ਵੀ ਆ ਗਈ ਹੈ। ਉਹਦੇ ਤੋਂ ਜਿਹੜਾ ਪਾਣੀ ਨਿਕਲਣਾ ਉਹ ਸਾਰੇ ਪਿੰਡ ਨੂੰ ਮਿਲਣਾ। ਜੀ ਹੁਣ ਅੱਜ ਤਾਜ਼ੀ ਖਬਰ ਆਈ ਹੈ ਰਾਜਸਥਾਨ ਤੋਂ, ਉੱਥੇ ਜਿਹੜੇ ਪ੍ਰਵਾਸੀ ਮਜ਼ਦੂਰ ਸੀ ਸੀਕਰ ਜ਼ਿਲ੍ਹੇ ਦੇ ਵਿੱਚ ਉੱਥੇ ਤੜੇ ਸਨ, ਉਹਨਾਂ ਨੂੰ ਆਖਿਆ ਗਿਆ ਕਿ ਤੁਹਾਨੂੰ ਜਾਣ ਨਹੀਂ ਦੇਣਾ। ਉਹ ਬਦੋ ਬਦੀ 2 ਵਾਰੀ ਭੱਜੇ, ਅੱਗੋਂ ਪੁਲਿਸ ਨੇ ਮੋੜ ਕੇ ਲੈ ਆਂਦੇ। ਫਿਰ ਉਹਨਾਂ ਨੂੰ ਆਖਿਆ ਕਿ ਆ ਸਕੂਲ 'ਚ ਰਹੋ, ਤੁਹਾਡੇ 'ਤੇ ਪਹਿਰਾ, ਤੁਸੀਂ ਜਾਣਾ ਕੋਈ ਨਹੀਂ। ਜਦੋਂ ਉਹਨਾਂ ਨੂੰ ਸਮਝ ਲੱਗ ਗਈ ਕਿ ਹੁਣ ਅਸੀਂ ਜਾ ਨਹੀਂ ਸਕਦੇ, ਜੀ ਨਾ ਸਾਨੂੰ ਯੂਪੀ ਬਿਹਾਰ ਨੂੰ ਕਿਸੇ ਨੇ ਜਾਣ ਦੇਣਾ, ਨਾ ਇੱਥੋਂ ਅਸੀਂ ਨਿਕਲ ਸਕਦੇ ਹਾਂ, ਉਹਨਾਂ ਫਿਰ ਇੱਕ ਹੋਰ ਕੰਮ ਕੀਤਾ। ਆਪੋ 'ਚ ਸਲਾਹ ਕਰਕੇ ਥੋੜ੍ਹੇ ਥੋੜ੍ਹੇ ਪੈਸੇ ਪਾਏ, ਪੇਂਟ ਮੰਗਾ ਲਿਆ। ਉਹ ਜਿਹੜੇ ਸਕੂਲ 'ਚ ਬੈਠੇ ਸੀ ਉਹ ਸਕੂਲ 'ਚ ਪੇਂਟ ਕਰਨਾ ਸ਼ੁਰੂ ਕਰਤਾ। ਜੀ ਦੂਜਿਆਂ ਜਾ ਕੇ ਪੁੱਛਿਆ ਵੀ ਇਹ ਕਰਦੇ ਜੇ? ਕਹਿੰਦੇ ਜੀ ਕਰਦੇ ਕੀ ਹੈ, ਕੀ ਪਤਾ ਜਿਉਣਾ ਮਰਨਾ ਹੈ, ਕਰਫਿਊ ਲੱਗੇ, ਲੋਕਡਾਊਨ ਨੇ, ਕਰੋਨਾ ਵਾਇਰਸ ਆ, ਇਹ ਕਹਿੰਦੇ ਬਿਮਾਰੀ ਤਾਂ ਵੱਧਦੀ ਜਾ ਰਹੀ ਹੈ, ਪਰ ਜਾਣ ਤੋਂ ਪਹਿਲਾਂ ਅਸੀਂ ਇੱਥੇ ਇੰਨੇ ਦਿਨ ਇੱਥੇ ਰਹੇ ਹਾਂ ਤੇ ਘੱਟੋ ਘੱਟ ਇਸ ਸਕੂਲ ਦਾ ਹੀ ਕੋਈ ਸਵਾਰ ਜੀ। ਉਹਨਾਂ ਨੇ ਉਸ ਪੇਂਟ ਦੇ ਨਾਲ ਸਕੂਲ ਦਾ ਹੁਲੀਆ ਸਵਾਰਤਾ ਵੀ ਕੱਲ੍ਹ ਨੂੰ ਬੱਚੇ ਆਉਣਗੇ, ਟੀਚਰ ਆਉਣਗੇ, ਉਹਨਾਂ ਨੂੰ ਪਤਾ ਤਾਂ ਲੱਗੂ ਇੱਥੇ ਕੋਈ ਰਿਹਾ ਸੀ। ਜੀ ਜਿਹੜੇ ਲੋਕ ਡਿਪਰੈਸ਼ਨ ਤੋਂ ਬਚਣਾ ਚਾਹੁੰਦੇ ਆ ਉਹ ਕੁਝ ਨਾ ਕੁਝ ਤਰੀਕੇ ਇੱਦਾਂ ਦੇ ਅਪਣਾਉਂਦੇ ਹੁੰਦੇ ਆ ਕਿ ਅਸੀਂ ਜਿੱਥੇ ਬੈਠੇ ਆ ਉੱਥੇ ਕੁਝ ਨਾ ਕੁਝ ਆਪਣੇ ਤੌਰ ਤੇ ਕੋਈ ਕੰਸਟਰਕਟਿਵ ਕੰਮ ਲੱਭੀਏ ਤੇ ਕਰ ਦਈਏ। ਹੁਣ ਜਿੱਥੇ ਤੁਸੀਂ ਬੈਠੇ ਆ, ਜਦੋਂ ਤੁਹਾਨੂੰ ਪਤਾ ਕਿ ਇੱਥੋਂ ਨਿਕਲ ਨਹੀਂ ਸਕਦੇ, ਕਿਸੇ ਨੇ ਤੁਹਾਨੂੰ ਜਾ ਕੇ ਇਹ ਨਹੀਂ ਦੱਸਣਾ ਕਿ ਤੁਸੀਂ ਆਹ ਕਰੋ। ਬਿਹਤਰ ਇਹ ਹੈ ਕਿ ਤੁਸੀਂ ਆਪਣੇ ਤੌਰ ਦੇ ਉੱਤੇ ਜੋ ਹੋ ਸਕਦਾ ਕੰਸਟਰਕਟਿਵ ਅਪਰੋਚ ਬਣਾ ਕੇ ਕੁਛ ਨਾ ਕੁਛ ਕਰਨ ਦਾ ਯਤਨ ਕਰੋ। ਨਹੀਂ ਕਰ ਸਕਦੇ ਤੇ ਉਸ ਘਰ 'ਚ ਕੋਈ ਪੁਰਾਣੀ ਕਿਤਾਬ ਵੀ ਪਈ ਹੋਵੇ ਉਹਨੂੰ ਪੜ੍ਹਨਾ ਸ਼ੁਰੂ ਕਰ ਦਿਓ। ਜੀ ਕਿਸੇ ਨਾ ਕਿਸੇ ਹੋਰ ਕੁਛ ਨਹੀਂ, ਅੱਜ ਕੱਲ੍ਹ ਸਾਰੇ ਘਰਾਂ 'ਚ ਇੰਟਰਨੈਟ ਹੈਗਾ, ਕੰਪਿਊਟਰ ਹੈਗੇ ਨੇ, ਉੱਥੇ ਤੁਹਾਡੇ ਕੋਲ ਇੰਟਰਨੈਟ ਹੈਗਾ, ਕੰਪਿਊਟਰ ਹੈਗਾ, ਚੁੱਪ ਕਰਕੇ ਉਹਦੇ ਉੱਤੇ ਸਵੇਰੇ ਸ਼ਾਮ 2-2 ਘੰਟੇ ਸਟੱਡੀ ਕਰਨਾ ਸ਼ੁਰੂ ਕਰ ਦਿਓ। ਡਿਪਰੈਸ਼ਨ ਤੋਂ ਬਚਣਾ ਇਸ ਵੇਲੇ ਬਹੁਤ ਜ਼ਰੂਰੀ ਹੈ। ਬਿਲਕੁਲ। ਪਰ ਸਰ ਜਿੱਦਾਂ ਤੁਸੀਂ ਕਿਹਾ ਕਿ ਵੀ ਇਹ ਲੋਕਡਾਊਨ ਦਾ ਪਤਾ ਨਹੀਂ ਵੀ ਵਧੇ ਘਟੇ, ਬੰਦ ਹੋਵੇ ਜਾਂ ਚੱਲੇ, ਪਰ ਜਿਹੜੀ ਹੁਣ 20 ਤਰੀਕ ਤੋਂ ਕੁਝ ਛੋਟਾਂ ਦੇਣ ਦੀ ਗੱਲ ਸੀਗੀ ਸਰਕਾਰ ਵੱਲੋਂ, ਕੇਂਦਰ ਸਰਕਾਰ ਨੇ ਦਿੱਤੀ, ਫਿਰ ਸਟੇਟ ਸਰਕਾਰਾਂ ਨੇ ਦਿੱਤੀ, ਪਰ ਉਹਦੇ ਜਿਹੜੀਆਂ ਬੰਦਿਸ਼ਾਂ ਦੀ ਆਪਾਂ ਕੱਲ੍ਹ ਵੀ ਗੱਲ ਕਰਦੇ ਸੀ, ਉਹਨਾਂ ਬੰਦਿਸ਼ਾਂ ਨੂੰ ਦੇਖ ਕੇ ਹੁਣ ਬਹੁਤ ਸਾਰੇ ਇੰਡਸਟਰੀਲਿਸਟ ਕਹਿੰਦੇ ਆ ਕਿ ਵੀ ਇੰਨੀਆਂ ਬੰਦਿਸ਼ਾਂ ਅਸੀਂ ਇੰਡਸਟਰੀ ਨਹੀਂ ਚਲਾ ਸਕਦੇ, ਸਾਡੇ ਲਈ ਔਖਾ। ਫਿਰ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਦੇਖੋ, ਜਿਹੜੀਆਂ ਬੰਦਿਸ਼ਾਂ ਲਾਈਆਂ ਗਈਆਂ ਉਹ ਲਾਉਣੀਆਂ ਵੀ ਸਾਨੂੰ ਜ਼ਰੂਰੀ ਜਾਪਦੀਆਂ ਜੀ, ਪਰ ਇਹ ਵੀ ਦੱਸਦਾ ਕਿ ਕੋਈ ਇੰਡਸਟਰੀਲਿਸਟ ਇਹਨਾਂ ਨੂੰ ਚੁੱਕ ਨਹੀਂ ਸਕੂਗਾ। ਉਹਨਾਂ ਦੇ ਵਿੱਚ ਕੀ ਹੈ ਕਿ ਤੁਸੀਂ ਫੈਕਟਰੀ ਚਲਾਉਣੀ ਆ, ਪਹਿਲੀ ਗੱਲ ਗੇਟ ਦੇ ਉੱਤੇ ਸਾਰਿਆਂ ਦੇ ਹੱਥ ਸੈਨੀਟਾਈਜ਼ ਕਰਾਓ, ਫਿਰ ਅੰਦਰ ਵਾੜੋ, ਚੰਗੀ ਗੱਲ ਇਹਨਾਂ ਦੇ ਚੱਲ ਸਕਦਾ। ਫੈਕਟਰੀ ਵਿੱਚ ਸਵੇਰੇ ਸਪਰੇਅ ਕਰੋ, ਸੈਨੀਟਾਈਜ਼ ਕਰੋ, ਇਹ ਚੱਲ ਸਕਦਾ। ਉਹਨਾਂ ਸਾਰਿਆਂ ਨੂੰ ਅੰਦਰ ਕੰਮ ਕਰਾਉਣਾ, ਆਪੋ ਵਿੱਚ 2-2 ਮੀਟਰ ਦਾ ਫਾਸਲਾ ਰੱਖੋ, ਚਲੋ ਇਹ ਵੀ ਚੱਲ ਸਕਦਾ। ਫਿਰ ਇਹ ਕਹਿ ਦਿੱਤਾ ਗਿਆ
ਕਿ ਉਹ ਜਿੰਨੇ ਨੇ ਉਹਨਾਂ ਸਾਰਿਆਂ ਨੂੰ ਤਾਂ ਫੈਕਟਰੀ ਦੇ ਅੰਦਰ ਰੱਖਣਾ, ਜਾਣ ਨਹੀਂ ਦੇਣਾ। ਜੇ ਜਾਣ ਦੇਣਾ ਉਹ ਬਾਹਰ ਰਹਿਣ ਜੀ। ਤੇ ਜਿੱਥੇ ਵੀ ਰਹਿਣਗੇ ਉੱਥੋਂ ਫੈਕਟਰੀ ਦੀ ਗੱਡੀ ਜਾ ਕੇ ਉਹਨਾਂ ਨੂੰ ਲੈ ਕੇ ਆਵੇਗੀ। ਇਹ ਵੀ ਚੱਲ ਸਕਦਾ। ਅੱਗੋਂ ਗੱਡੀ ਤੇ ਸ਼ਰਤ ਲਾਤੀ ਹੈ ਕਿ 60 ਸਵਾਰੀਆਂ ਵਾਲੀ ਗੱਡੀ ਆ, ਉਹਦੇ ਵਿੱਚ ਤੁਸੀਂ 40 ਚੜਾਓਗੇ ਤਾਂ ਕਿ ਫਸ ਕੇ ਨਾ ਬੈਠਣ, ਜੀ। ਫਾਸਲਾ ਰਹਿ ਜਾਵੇ, ਕਿਉਂਕਿ 40 ਚੜਾ ਕੇ ਲਿਆਉਣੇ ਆ। ਚਲੋ ਇਹ ਵੀ ਉਹ ਬਰਦਾਸ਼ਤ ਕਰ ਲੈਣਗੇ। 3 ਟਾਈਮ ਦੇ ਤੁਸੀਂ ਉਹਨਾਂ ਨੂੰ ਰੋਟੀ ਦੇਣੀ ਹੈ। ਇਹ ਕਾਫੀ ਸਾਰਾ ਬੋਝ ਉਹਨਾਂ ਤੇ ਵੀ ਪੈਂਦਾ। ਜੀ। ਜਦੋਂ ਇੰਨਾ ਬੋਝ ਪੈਣਾ ਤੇ ਇੰਡਸਟਰੀਅਲਿਸਟ ਕਹਿੰਦਾ ਜੀ ਮੈਨੂੰ ਫਿਰ ਕੀ ਬਚੂ। ਅੱਜ ਹੁਣ ਇੱਕ ਨਵੀਂ ਗੱਲ ਆ ਗਈ ਹੈ। ਜੀ। IRD ਹੈ ਜਿਹੜੀ ਇੰਸ਼ੋਰੈਂਸ ਦੇ ਨਾਲ ਸੰਬੰਧਿਤ ਅਥਾਰਟੀ ਹੈ, ਉਹ ਜਿਹੜੀ ਇੰਸ਼ੋਰੈਂਸ ਰੈਗੂਲੇਟਰੀ ਅਥਾਰਟੀ ਹੈ, ਉਹਨਾਂ ਨੇ ਕਹਿਤਾ ਕਿ ਕਿਸੇ ਵੀ ਫੈਕਟਰੀ 'ਚ ਜਿੰਨੇ ਲੋਕ ਕੰਮ ਕਰਦੇ ਆ ਉਹਨਾਂ ਦਾ ਮੈਡੀਕਲੇਮ ਇੰਸ਼ੋਰੈਂਸ, ਤਾਂ ਕਿ ਉਹਨਾਂ ਨੂੰ ਕੁਝ ਹੋ ਜਾਵੇ ਤੇ ਉਹ ਆਪਣੇ ਉਸ ਮੈਡੀਕਲੇਮ ਪਾਲਿਸੀ ਦੇ ਉੱਤੇ ਜਾ ਕੇ ਕਿਸੇ ਵੀ ਥਾਂ ਤੇ ਆਪਣਾ ਇਲਾਜ ਕਰਾ ਸਕਣ। ਮੈਡੀਕਲੇਮ ਪਾਲਿਸੀ ਵਾਸਤੇ ਵੀ ਇਹ ਮੈਂਡੇਟਰੀ ਕਰੀ ਜਾਂਦੇ ਨੇ ਕਿ ਹਰ ਕੋਈ ਇੰਡਸਟਰੀਸ ਆਪਣੇ ਸਾਰੇ ਵਰਕਰਾਂ ਦਾ ਕਰਾਵੇ ਤੇ ਆਪਣੇ ਪੱਲਿਓਂ ਕਰਾਵੇ। ਜਦੋਂ ਇਹਨਾਂ ਨੂੰ ਉਹ ਕਰਾਉਣੇ ਪਏ ਤੇ ਇਹਨਾਂ ਦੀਆਂ ਚੀਕਾਂ ਨਿਕਲ ਜਾਣੀਆਂ ਨੇ। ਉਹ ਕਹਿੰਦੇ ਜੀ ਅਸੀਂ ਕਿੰਨਾ ਕਰਾ ਲਾਂਗੇ, ਪਰ ਸਰਕਾਰ ਕਹਿੰਦੀ ਹੈ ਕਿ ਜੇ ਤੁਸੀਂ ਇੰਡਸਟਰੀ ਚਲਾਉਣੀ ਹੈ, ਇਹੋ ਜਿਹੇ ਹਾਲਾਤ 'ਚ ਚਲਾਉਣੀ ਹੈ ਤੇ ਇਹ ਜ਼ਰੂਰੀ ਹੈ, ਨਹੀਂ ਤਾਂ ਫਿਰ ਉਡੀਕ ਲਓ ਜਦੋਂ ਹਾਲਾਤ ਸੁਧਰਨਗੇ, ਬਾਕੀ ਦੁਕਾਨਾਂ ਖੋਲ੍ਹਣਗੇ ਤੁਸੀਂ ਵੀ ਖੋਲ੍ਹ ਲਿਓ, ਉਹਨਾਂ ਚਿਰ ਤੱਕ ਖੁੱਲ੍ਹ ਨਹੀਂ ਸਕਣੀ। ਉਹਦਾ ਕਰਕੇ ਕਈਆਂ ਥਾਵਾਂ ਤੇ ਆ ਲੁਧਿਆਣੇ ਤੋਂ ਰਿਪੋਰਟ ਆਈ ਹੈ, ਬਹੁਤ ਸਾਰੇ ਇੰਡਸਟਰੀਜ਼ ਜਿਨ੍ਹਾਂ ਨੇ ਇਕੱਠੇ ਹੋ ਕੇ ਕਹਿਤਾ ਅਸੀਂ ਆਪਣੇ ਕਾਰਖਾਨੇ ਨਹੀਂ ਜੀ ਚਲਾ ਸਕਦੇ। ਪਹਿਲਾਂ ਵੀ ਇਹਨਾਂ 'ਚ ਦੁਚਿੱਤੀ ਸੀ। ਕਾਰਖਾਨੇਦਾਰਾਂ 'ਚੋਂ ਇੱਕ ਗਰੁੱਪ ਸੀ ਜਿਹੜਾ ਸਰਕਾਰ ਨੂੰ ਕਹਿੰਦਾ ਸੀ ਸਾਨੂੰ ਚਲਾਉਣ ਦੀ ਆਗਿਆ ਦਿਓ, ਦੂਜਾ ਗਰੁੱਪ ਸੀ ਜਿਹੜਾ ਕਹਿੰਦਾ ਸੀ ਕਿ ਇਹ ਆਗਿਆ ਅਜੇ ਨਹੀਂ ਦੇਣੀ ਚਾਹੀਦੀ। ਹੁਣ ਉਹ ਜਿਹੜੇ ਨਹੀਂ ਦੇਣੀ ਵਾਲੇ ਸੀ ਉਹ ਤਾਂ ਪਾਸੇ ਆ, ਜਿਹੜੇ ਕਹਿੰਦੇ ਸਾਨੂੰ ਆਗਿਆ ਦਿਓ ਉਹਨਾਂ ਵਿੱਚੋਂ ਵੀ ਇੱਕ ਵੱਡਾ ਹਿੱਸਾ ਇੱਥੇ ਆ ਗਿਆ ਕਿ ਇੰਨੀਆਂ ਬੰਦਸ਼ਾਂ ਦੇ ਨਾਲ, ਇੰਨੀਆਂ ਸ਼ਰਤਾਂ ਦੇ ਨਾਲ ਅਸੀਂ ਇੰਡਸਟਰੀ ਨਹੀਂ ਚਲਾ ਸਕਦੇ। ਇਹ ਉਹਨਾਂ ਦੀਆਂ ਮਜਬੂਰੀਆਂ ਵੀ ਸਮਝਣੀਆਂ ਚਾਹੀਦੀਆਂ। ਸੱਚਾਈ ਇਹ ਹੈਗੀ ਹੈ ਕਿ ਹਾਲਾਤ ਵਿੱਚ ਉਹ ਵੀ ਮਜਬੂਰ ਨੇ, ਸਰਕਾਰ ਵੀ ਮਜਬੂਰ ਹੈ, ਤੇ ਜਿਹੜੇ ਮਜ਼ਦੂਰ ਨੇ ਉਹ ਵੀ ਆਖਿਰਕਾਰ ਇਨਸਾਨ ਨੇ, ਉਹਨਾਂ ਦੇ ਭਲੇ ਵਾਸਤੇ ਕਿਸੇ ਨੂੰ ਤਾਂ ਸੋਚਣਾ ਪੈਣਾ। ਉਹਨਾਂ ਦੀ ਮਜਬੂਰੀ ਵੀ ਸਾਰਿਆਂ ਨੂੰ ਸਮਝਣੀ ਚਾਹੀਦੀ ਹੈ। ਪਰ ਸਾਹਿਬ ਜੇ ਚਲੋ ਇਹ ਤਾਂ ਸਰਕਾਰਾਂ ਨੇ ਫੈਸਲਾ ਕਰਨਾ ਜੀ ਵੀ ਕੀ ਕਰਨਾ ਕੀ ਨਹੀਂ ਕਰਨਾ, ਪਰ ਇਹ ਸਾਰੇ ਕੁਝ ਦੇ ਵਿੱਚ ਜਦੋਂ ਆਪਾਂ ਸਟੇਟ ਵਾਈਜ਼ ਦੇਖਦੇ ਹਾਂ ਤੇ ਸਿਚੁਏਸ਼ਨ ਜਾਂ ਸਥਿਤੀ ਕਿੱਥੇ ਕੁ ਜੀ ਆਪਣੀ ਹੈ, ਕਿਉਂਕਿ ਹੈਲਥ ਮਿਨਿਸਟਰੀ ਕਹਿੰਦੀ ਹੈ ਜੀ ਵੀ ਹਾਂਜੀ ਅੱਗੇ ਨਾਲੋਂ ਕੇਸ ਘਟੇ ਆ, ਪਰ ਜਦੋਂ ਆਪਾਂ ਆਪਣੇ ਆਲੇ ਦੁਆਲੇ ਹੁਣ ਕਰਦੇ ਪੁੱਛਦੇ ਹਾਂ ਤੇ ਫਿਰ ਇੱਦਾਂ ਲੱਗਦਾ ਜੀ ਫਲਾਣੇ ਥਾਂ 'ਤੇ ਵੀ ਕੁਆਰੰਟਾਈਨ ਕਰ ਦਿੱਤਾ, ਢਿੰਗੜੇ ਥਾਂ 'ਤੇ ਵੀ ਕੁਆਰੰਟਾਈਨ ਕਰ ਦਿੱਤਾ। ਫਿਰ ਕਾਗਜ਼ਾਂ 'ਚ ਕੇਸ ਘਟਦੇ ਤੇ ਹੁਣ ਸੁਣਨ 'ਚ ਕਿਉਂ ਵੱਧਦੇ ਆ ਜੀ? ਤੁਸੀਂ ਕੁਆਰੰਟਾਈਨ ਦੀ ਗੱਲ ਕੀਤੀ ਹੈ, ਬਾਕੀ ਸੂਬਿਆਂ ਦੀ ਗੱਲ ਸਾਰੇ ਦੇਸ਼ ਦੀ ਬਾਅਦ 'ਚ ਕਰ ਲੈਂਦੇ ਹਾਂ। ਅੱਜ ਹੁਣ ਖਬਰ ਆ ਗਈ ਹੈ ਜੀ ਕਿ ਸਾਡਾ ਜਿਹੜਾ ਰਾਸ਼ਟਰਪਤੀ ਭਵਨ ਹੈ ਉਹ ਬਹੁਤ ਵੱਡੀ estate ਹੈ ਜੀ। ਉਹ 'ਚ ਸਟਾਫ ਵੀ ਬਹੁਤ ਹੁੰਦਾ, ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਕੁਆਟਰ ਰਿਹਾਇਸ਼ੀ ਮਿਲੇ ਨੇ। ਪਤਾ ਲੱਗਾ 100 ਤੋਂ ਵੱਧ ਲੋਕ ਉੱਥੇ ਨੇ ਜਿਹੜੇ ਉਹਨਾਂ ਨੂੰ ਕੁਆਰੰਟਾਈਨ ਕੀਤਾ ਗਿਆ। ਜੀ। ਕਿਉਂ ਕੀਤਾ ਗਿਆ? ਮੈਂ ਸ਼ਾਇਦ ਕੱਲ੍ਹ ਜਾਂ ਪਰਸੋਂ ਇਹ ਗੱਲ ਕੀਤੀ ਸੀ ਕਿ ਰਾਸ਼ਟਰਪਤੀ ਭਵਨ 'ਚ ਕੰਮ ਕਰਦੇ ਇੱਕ ਆਦਮੀ ਦੀ ਪਰਿਵਾਰ ਦੀ ਇੱਕ ਔਰਤ ਉਹ ਕਿਤੇ ਕਰੋਨਾ ਪੋਜ਼ੀਟਿਵ ਨਿਕਲੀ ਹੈ। ਜੀ। ਹੁਣ ਪਤਾ ਲੱਗਾ ਕਿ ਉਹਨਾਂ ਦੇ ਪਰਿਵਾਰ ਦੀ ਨਹੀਂ ਸੀ, ਪਰਿਵਾਰ ਦੀ ਇੱਕ ਨੇੜਲੀ ਰਿਸ਼ਤੇਦਾਰ ਸੀ। ਹੁਣ ਕਈ ਵਾਰੀ ਪਰਿਵਾਰ ਦੇ ਵਿੱਚੋਂ ਵੀ ਹੋਏ ਤੇ ਸਿੱਧੇ ਤੌਰ ਤੇ ਨਹੀਂ ਹੁੰਦੀ। ਜੇ ਫਰਜ਼ ਕਰੋ ਉੱਥੇ ਕੰਮ ਕਰਦੇ ਬੰਦੇ ਦੀ ਭੈਣ ਆ ਜੀ ਤੇ ਉਹ ਨੇੜਲੀ ਰਿਸ਼ਤੇਦਾਰ ਵੀ ਗਿਣ ਸਕਦੇ, ਪਰਿਵਾਰ 'ਚ ਵੀ ਹੋ ਸਕਦੀ ਹੈ। ਜੀ। ਪਹਿਲੀ ਖਬਰ ਸੀ ਕਿ ਪਰਿਵਾਰ ਦੇ ਵਿੱਚੋਂ, ਉਹਦੇ ਕੋਲ ਸਾਰਾ ਪਰਿਵਾਰ ਪਤਾ ਕਰਨ ਜਾਂਦਾ ਰਿਹਾ, ਉਹਦੀ ਮੌਤ ਹੋ ਗਈ ਬਾਅਦ 'ਚ। ਜੀ। ਫਿਰ ਪਤਾ ਲੱਗਾ ਤੇ ਉਹ ਕਿਉਂਕਿ ਇੱਥੇ ਆਉਂਦੇ ਸੀ, ਕੁਆਟਰਾਂ 'ਚ ਰਹਿੰਦੇ ਸੀ, ਬਾਕੀ ਲੋਕਾਂ ਨੂੰ ਮਿਲਦੇ ਸੀ। ਫਿਰ ਜਿੰਨੇ ਲੋਕ ਉਸ ਪੈਕਟ ਵਿੱਚ ਸੀ ਉਹ ਕੁਝ ਨਾ ਕੁਝ ਉਹਨਾਂ ਨੇ ਥੋੜ੍ਹੇ ਘਰਾਂ ਦੇ ਇੱਕ ਕਿਸਮ ਦੇ ਗਰੁੱਪ ਬਣਾਏ ਨੇ, ਜਿਹੜੇ ਉਸ ਗਰੁੱਪ ਵਿੱਚ ਸਾਰੇ ਉਹਨਾਂ ਸਾਰੇ ਘਰਾਂ ਨੂੰ ਇਕੱਠਿਆਂ ਹੀ ਕੁਆਰੰਟਾਈਨ ਕਰ ਦਿੱਤਾ ਗਿਆ। ਪਰ ਨਾਲ ਇਹ ਆਖਿਆ ਗਿਆ ਕਿ ਰਾਸ਼ਟਰਪਤੀ ਭਵਨ ਦਾ ਸਕੱਤਰੇਤ, ਰਾਸ਼ਟਰਪਤੀ ਭਵਨ ਦਾ ਸਟਾਫ, ਉਹਦਾ ਬਾਕੀ ਸਾਰਾ ਕੁਝ ਉਹ ਅਜੇ ਤੱਕ ਇੰਟੈਕਟ, ਉੱਥੇ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਗੀ। ਮੈਂ ਕੱਲ੍ਹ ਦੱਸਿਆ ਸੀ ਕਿ ਸਾਡੇ ਪਾਰਲੀਮੈਂਟ ਭਵਨ ਤੱਕ ਇਹ ਇਨਫੈਕਸ਼ਨ ਜਿਹੜੀ ਆ ਇਸ ਕਰਕੇ ਪਹੁੰਚ ਗਈ ਆ ਕਿ ਉੱਥੇ ਜਿਹੜਾ ਕੇਅਰ ਟੇਕਰ ਸਟਾਫ ਹੈ ਉਹਨਾਂ ਦੇ ਵਿੱਚੋਂ ਇੱਕ ਜਾਣਾ ਜਿਹੜਾ ਉਹ ਪੋਜ਼ੀਟਿਵ ਨਿਕਲਿਆ। ਹੁਣ ਉਸ ਤੋਂ ਬਾਅਦ ਕਿਸੇ ਹੋਰ ਤੱਕ ਵੀ ਗੱਲ ਆ ਸਕਦੀ ਆ, ਪਰ ਅਜੇ ਇਹੋ ਜਿਹੀ ਕੋਈ ਰਿਪੋਰਟ ਨਹੀਂ। ਅਗਲੀ ਗੱਲ ਇਹ ਆ ਕਿ ਜਿਹੜਾ ਮਹਾਰਾਸ਼ਟਰ ਦਾ ਮੁੱਖ ਮੰਤਰੀ ਉਧਵ ਠਾਕਰੇ, ਪਹਿਲਾਂ ਇਹ ਪਤਾ ਲੱਗਾ ਸੀ ਕਿ ਜਿੱਥੇ ਉਹਦਾ ਪ੍ਰਾਈਵੇਟ ਘਰ ਹੈ ਉਹਦੇ ਲਾਗੇ ਚਾਹ ਦੀ ਦੁਕਾਨ ਵਾਲਾ ਪੋਜ਼ੀਟਿਵ ਨਿਕਲਿਆ। ਉਸ ਪੋਜ਼ੀਟਿਵ ਨਿਕਲਣ ਵਾਸਤੇ ਪੜਾ ਇਹ ਪੈ ਗਿਆ ਕਿ ਉੱਥੇ ਲਾਗੇ ਪੁਲਿਸ ਵਾਲੇ ਦੂਜੇ ਤੀਜੇ ਸਾਰੇ ਉਹਦੇ ਤੋਂ ਚਾਹ ਮੰਗਾ ਕੇ ਪੀਂਦੇ ਸੀ। ਫਿਰ ਸਾਰਿਆਂ ਦੇ ਟੈਸਟ ਹੋਏ, ਸ਼ੁਕਰ ਹੈ ਬਚਾਅ ਹੋ ਗਿਆ। ਉਹ ਅਜੇ ਹਸਪਤਾਲ 'ਚ ਬੰਦਾ, ਇਹਨੇ ਉਹਨਾਂ ਚਿਰ ਉੱਥੇ ਸਰਕਾਰੀ ਕੋਠੀ 'ਚ ਰਹਿਣਾ ਸ਼ੁਰੂ ਕਰਤਾ। ਕੱਲ੍ਹ ਇਹ ਪਤਾ ਲੱਗਾ ਕਿ ਸਰਕਾਰੀ ਕੋਠੀ ਦੇ ਵਿੱਚ 2 ਪੁਲਿਸ ਵਾਲੀਆਂ ਕੁੜੀਆਂ, ਇੱਕ ਕਾਂਸਟੇਬਲ ਹੈ ਤੇ ਇੱਕ ਥਾਣੇਦਾਰ ਹੈ, ਉਹ ਨਵੀਆਂ 2 ਦਿਨ ਪਹਿਲਾਂ ਹੀ ਆਈਆਂ ਤੇ ਥੋੜ੍ਹਾ ਜਿਹਾ ਵੇਖਿਆ ਕਿ ਇਹਨਾਂ ਦੀ ਸਿਹਤ ਠੀਕ ਨਹੀਂ, ਚੈੱਕ ਕਰਾਇਆ ਤੇ ਉਹ ਦੋਵੇਂ ਪੋਜ਼ੀਟਿਵ ਨਿਕਲੀਆਂ। ਕਿਉਂਕਿ ਉਹ ਪੋਜ਼ੀਟਿਵ ਨਿਕਲੀਆਂ, ਇਸ ਕਰਕੇ ਹੁਣ ਮੁੱਖ ਮੰਤਰੀ ਉਧਵ ਠਾਕਰੇ ਇੱਥੋਂ ਚਾਹ ਦੀ ਕੰਟੀਨ ਵਾਲੇ ਤੋਂ ਭੱਜ ਕੇ
ਸਰਕਾਰੀ ਕੋਠੀ 'ਚ ਗਿਆ ਸੀ। ਹੁਣ ਕਹਿੰਦੇ ਇਹ ਸਰਕਾਰੀ ਕੋਠੀ 'ਚ ਨਹੀਂਗਾ, ਅਸਲ 'ਚ ਪ੍ਰਾਈਵੇਟ ਘਰ ਤੋਂ ਸਾਰਾ ਕੰਮ ਕਰ ਰਿਹਾ। ਸਰਕਾਰੀ ਕੋਠੀ 'ਚ ਉਦੋਂ ਆਉਂਦਾ ਜਦੋਂ ਕੋਈ ਜ਼ਰੂਰੀ ਗੱਲ ਹੋਵੇ, ਜੀ ਪਹਿਲਾਂ ਜਾਂਦਾ ਤੇ ਰਿਹਾ ਹੀ ਹੈ। ਹੁਣ ਇੱਧਰ ਭੱਜੂਗਾ, ਉੱਧਰ ਭੱਜੂਗਾ, ਉੱਧਰੋਂ ਭੱਜੂਗਾ, ਇੱਧਰ ਭੱਜੂਗਾ, ਇੱਧਰ ਭੱਜੂ, ਇਹ ਕੀ ਸਮੱਸਿਆ ਬਣੀ ਪਈ ਹੈ। ਜੀ ਮੈਂ ਕੱਲ੍ਹ ਤੁਹਾਨੂੰ ਦੱਸਿਆ ਸੀ ਕਿ ਮੁੰਬਈ ਦੇ ਵਿੱਚ 53 ਪੱਤਰਕਾਰ ਜਿਹੜੇ ਆ ਉਹ ਕਰੋਨਾ ਵਾਇਰਸ ਦੇ ਪੋਜ਼ੀਟਿਵ ਨਿਕਲੇ ਨੇ। ਜੀ ਅੱਜ ਉਹ ਨਵੀਂ ਖਬਰ ਆ ਗਈ ਹੈ, ਕੱਲ੍ਹ ਸ਼ਾਮ ਨੂੰ ਹੀ ਆ ਗਈ ਸੀ ਸਾਡੇ ਪ੍ਰੋਗਰਾਮ ਤੋਂ ਬਾਅਦ। ਉੱਥੇ ਤਾਮਿਲਨਾਡੂ ਦੀ ਰਾਜਧਾਨੀ ਹੈ ਚੇਨਈ, ਜੀ ਉੱਥੋਂ ਇੱਕ ਟੀਵੀ ਚੈਨਲ ਚੱਲਦਾ, ਕਾਫੀ ਵੱਡਾ ਟੀਵੀ ਚੈਨਲ ਹੈ। ਉਹਦੇ ਸਟਾਫ ਦੇ ਵਿੱਚੋਂ 25 ਜਾਣੇ 25 ਜੀ ਪੋਜ਼ੀਟਿਵ ਨਿਕਲ ਆਏ। ਉਹਦੇ ਵਿੱਚੋਂ ਜਿੰਨਾ ਲਾਈਵ ਕੰਮ ਚੱਲਦਾ ਸੀ ਉਹ ਸਾਰੇ ਦੇ ਸਾਰੇ ਲਾਈਵ ਟੈਲੀਕਾਸਟ ਰੋਕ ਦਿੱਤੇ ਗਏ। ਹੁਣ ਉੱਥੋਂ ਸਿਰਫ ਤੇ ਸਿਰਫ ਰਿਕਾਰਡਡ ਪ੍ਰੋਗਰਾਮ ਚਲਾਏ ਜਾ ਰਹੇ। ਕਿਉਂ ਚਲਾਉਣੇ ਪਏ ਰਿਕਾਰਡਡ ਪ੍ਰੋਗਰਾਮ? ਇਸ ਕਰਕੇ ਕਿ ਕਿਸੇ ਇੱਕ ਤੋਂ ਪ੍ਰੋਬਲਮ ਚੱਲੀ ਹੋਵੇ, ਦੂਜੇ ਕੋਲ, ਦੂਜੇ ਤੋਂ ਤੀਜੇ ਕੋਲ, ਤੀਜੇ ਤੋਂ ਚੌਥੇ ਕੋਲ। ਹੌਲੀ ਹੌਲੀ ਕੀ ਹੋਇਆ ਕਿ 25 ਜਾਣੇ ਜਿਹੜੇ ਆ ਉਹ ਜਦੋਂ ਇਹਦੇ ਨਾਲ ਪ੍ਰਭਾਵਿਤ ਹੋ ਗਏ ਤੇ ਬਾਕੀਆਂ ਦੀ ਚਿੰਤਾ ਸਤਾਉਣ ਲੱਗੀ, ਉਹਨਾਂ ਨੇ ਸਾਰੇ ਲਾਈਵ ਟੈਲੀਕਾਸਟ ਰੋਕ ਦਿੱਤੇ ਆ। ਟੈਕਨੀਕਲ ਸਟਾਫ ਉੱਥੇ ਹੋਵੇਗਾ ਥੋੜ੍ਹਾ 2-4 ਬੰਦੇ, ਉਹ ਬਾਕੀ ਕੰਮ ਚਲਾਉਂਦੇ ਹੋਣਗੇ, ਪੁਰਾਣੀਆਂ ਰਿਕਾਰਡਿੰਗ ਚਲਾ ਰਹੇ ਨੇ। ਸਾਡੇ ਇੱਥੇ ਜਲੰਧਰ 'ਚ ਕੀ ਹੋਇਆ ਕਿ ਇੱਕ ਮੀਡੀਆ ਅਦਾਰੇ 'ਚ ਇੱਕ ਬੰਦਾ ਕਿਤੇ ਪ੍ਰਭਾਵਿਤ ਹੋ ਗਿਆ, ਉਸ ਤੋਂ ਬਾਅਦ 4 ਹੋਰ ਹੋ ਗਏ, ਫਿਰ ਪਤਾ ਲੱਗਾ 2 ਹੋਰ ਹੋ ਗਏ, ਫਿਰ ਪਤਾ ਲੱਗਾ 3 ਹੋਰ ਹੋ ਗਏ, ਇਸ ਤਰ੍ਹਾਂ ਹੋ ਗਿਆ ਜੀ। ਹੁਣ ਅੱਜ ਦੀ ਸਥਿਤੀ ਇਹ ਹੈ ਕਿ ਇੱਥੇ ਜਲੰਧਰ ਦੇ ਸੈਂਟਰਲ ਟਾਊਨ ਦੀ ਖਬਰ ਆ ਥੋੜ੍ਹੀ ਦੇਰ ਪਹਿਲਾਂ ਆਈ ਹੈ ਕਿ ਉਹਨੂੰ 4 ਫੇਰੋਂ ਸੀਲ ਕਰ ਦਿੱਤਾ ਗਿਆ। ਸੈਂਟਰਲ ਟਾਊਨ ਤਾਂ ਬੜਾ ਅਹਿਮ ਇਲਾਕਾ, ਉਹਦੀ ਖਬਰ ਕਿਉਂ ਆ ਗਈ? ਇਸ ਕਰਕੇ ਕਹਿੰਦੇ ਆ ਕਿ ਇੱਥੇ ਇੱਕ ਵੱਡੇ ਲੀਡਰ ਦਾ ਪੀਏ ਉਸ ਇਲਾਕੇ 'ਚ ਰਹਿੰਦਾ। ਇਕੱਲਾ ਪੀਏ ਨਹੀਂ, ਉਸ ਇਲਾਕੇ 'ਚ ਤਾਂ ਵੱਡੇ ਲੀਡਰ ਵੀ ਰਹਿੰਦੇ ਆ, ਜੀ ਸਾਬਕਾ ਮੰਤਰੀ ਵੀ ਰਹਿੰਦੇ ਆ। ਉਹ ਇੱਕ ਵੱਡੇ ਲੀਡਰ ਦਾ ਪੀਏ ਸੀ, ਉਸ ਇਲਾਕੇ 'ਚ ਰਹਿੰਦਾ ਸੀ। ਉਹ ਕਿਸੇ ਤਰੀਕੇ ਪੋਜ਼ੀਟਿਵ ਨਿਕਲਿਆ, ਉਹਦਾ ਕਰਕੇ ਸੈਂਟਰਲ ਟਾਊਨ ਦਾ ਜਿੰਨਾ ਇਲਾਕਾ ਉਹ ਕਹਿੰਦੇ ਜੀ ਉਹ ਸੀਲ ਕਰ ਦਿੱਤਾ ਗਿਆ। ਨੀਲਾ ਮਹਿਲ ਇਲਾਕਾ, ਉਹ ਇਲਾਕਾ, ਇੱਦਾਂ ਦੇ 4-5 ਇਲਾਕੇ ਇੱਥੇ ਸੀਲ ਕਰਨੇ ਪੈ ਗਏ। ਅਤੇ ਪ੍ਰੋਬਲਮ ਤਾਂ ਲਗਾਤਾਰ ਵੱਧਦੀ ਜਾ ਰਹੀ ਹੈ। ਜੀ ਜੀ ਜਿਉਂ-ਜਿਉਂ ਵੱਧਦੀ ਜਾ ਰਹੀ ਉਹਦੇ 'ਚ ਚੌਕਸੀ, ਸਖਤੀ, ਇਹਦੇ ਤੋਂ ਸਿਵਾ ਕੋਈ ਚਾਰਾ ਨਹੀਂ ਰਹਿ ਜਾਂਦਾ। ਇਹ ਸਾਰਾ ਕੁਝ ਕਰਦੇ ਪਏ ਆ ਅਤੇ ਕਰਨਾ ਵੀ ਪੈਣਾ। ਤੇ ਪਰ ਸਵਾਲ ਫਿਰ ਉਹੀ ਹੈ ਪਨੂ ਸਾਹਿਬ ਕਿ ਵੀ ਜਦੋਂ ਆਪਾਂ ਹੁਣ ਗੱਲ ਕਰਦੇ ਹਾਂ ਤਾਂ ਵੇਖੋ ਹੁਣ ਆਪਾਂ ਨੂੰ ਆਸੇ-ਪਾਸੇ ਜਲੰਧਰ ਦੇ ਵਿੱਚ ਹੀ ਕਿੰਨੀਆਂ ਥਾਵਾਂ 'ਤੇ ਪਤਾ ਲੱਗਣ ਲੱਗ ਪਿਆ ਵੀ ਇੱਥੇ ਕੇਸ ਆ, ਇੱਥੇ ਕੁਆਰੰਟਾਈਨ ਕੀਤਾ। ਪਰ ਜਦੋਂ ਅਜੇ ਸ਼ੁਰੂਆਤ ਸੀ, ਜਦੋਂ ਆਏ ਕੇਸ ਨਹੀਂ ਸੀ ਹੈਗੇ, ਉਦੋਂ ਸਖਤੀ ਸੀ। ਹੁਣ ਜਦੋਂ ਕੇਸ ਆਸੇ-ਪਾਸੇ ਸੁਣਨ ਨੂੰ ਆਉਂਦੇ, ਹੁਣ ਸਖਤੀ ਕੋਈ ਨਹੀਂ ਮਿਲਦੀ, ਅਤੇ ਹੁਣ ਸਗੋਂ ਲੋਕਡਾਊਨ ਦੇ ਵਿੱਚ ਢਿੱਲਾਂ ਦੀ ਗੱਲ ਚੱਲਦੀ। ਮੈਂ ਇਹ ਗੱਲ ਕਰਦਾ, WHO ਨੇ ਫਿਰ ਕਿਹਾ ਵੀ ਜਿਹੜੇ ਮੁਲਕ ਨੇ ਢਿੱਲ ਵਿਖਾਈ, ਫਿਰ ਨਾ ਕਿ ਉਹ ਦੱਸਿਆ ਨਹੀਂ, ਇਹ ਗੜਬੜ ਹੋ ਸਕਦੀ। ਤਾਂ ਹੁਣ ਲੱਗਦਾ ਨਹੀਂ ਕਿ ਵੀ ਇੱਕ ਬਹੁਤ ਬਰੀਕ ਲੀਕ ਦੇ ਉੱਪਰ ਆਪਾਂ ਖੜ੍ਹੇ ਹਾਂ, ਜਿੱਥੇ ਸਰਕਾਰ ਨੂੰ ਸੋਚਣਾ ਚਾਹੀਦਾ। ਹੁਣ ਤਾਂ ਲੋਕ ਵੀ ਭਾਵੇਂ ਚਲੋ ਖਿੱਚ ਕੇ ਆਖੀ ਜਾਂਦੇ ਜੀ ਨਹੀਂ ਖੋਲ੍ਹ ਦਿਓ, ਖੋਲ੍ਹ ਦਿਓ, ਪਰ ਹਾਲਾਤ ਕੁਝ ਹੋ ਰਿਹਾ, ਕਾਗਜ਼ ਕੁਝ ਹੋਰ ਕਹਿੰਦੇ ਆ। WHO ਨੇ ਤਾਂ ਇਹ ਵੀ ਆਖਿਆ ਕਿ ਜਿਹੜਾ ਹੱਲਾ ਹੁਣ ਤੱਕ ਵੱਜਾ, ਡਰ ਇਹ ਹੈ ਕਿ ਇਹਦੇ ਤੋਂ ਵੱਡਾ ਹੱਲਾ ਅਗਲਿਆਂ ਦਿਨਾਂ 'ਚ ਹੋਰ ਵੱਜ ਸਕਦਾ। ਜੀ ਜਿਹੜਾ ਹੁਣ ਵਾਲਾ ਹੱਲਾ ਵੱਜਾ, ਇਹ 2.25 ਲੱਖ ਤੋਂ ਵੱਧ ਲੋਕਾਂ ਦੀ ਮੌਤ ਦਾ ਕਾਰਨ ਬਣ ਚੁੱਕਾ। ਜੀ ਅਤੇ ਜੇ ਇਹਦੋਂ ਵੀ ਵੱਡਾ ਹੱਲਾ ਵੱਜ ਗਿਆ ਤੇ ਹੋਰ ਕਿੰਨੇ ਕੁ ਲੱਖ ਲੋਕ ਮਰਨਗੇ ਅਜੇ ਪਤਾ ਨਹੀਂ। WHO ਤੇ ਇੱਥੋਂ ਤੱਕ ਵੀ ਕਹਿਣ ਡਈ। ਦੂਜੀ ਗੱਲ ਇਹ ਆ ਕਿ ਲੋਕੀ, ਕੋਈ ਵੀ ਬੰਦਾ, ਤੁਸੀਂ ਭਾਵੇਂ ਬਾਰਡਰ 'ਤੇ ਖੜ੍ਹਾ ਸੰਤਰੀ ਰੱਖ ਦਿਓ, ਉਹ 24 ਘੰਟੇ ਲਗਾਤਾਰ ਇੱਕੋ ਜਿਹਾ ਅਲਰਟ ਨਹੀਂ ਰਹਿ ਸਕਦਾ। ਜੀ ਕੁਝ ਨਾ ਕੁਝ, ਕਿਤੇ ਨਾ ਕਿਤੇ ਲਾਪਰਵਾਹੀ ਵੀ ਆਉਂਦੀ ਆ। ਕੁਝ ਲੋਕ ਵੀ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੀਆਂ ਆਦਤਾਂ ਅਜੇ ਤੱਕ ਬਦਲਦੀਆਂ ਨਹੀਂ, ਉਹਨਾਂ ਨੂੰ ਮਤਲਬ ਸੁਧਾਰਿਆ ਨਹੀਂ ਜਾ ਸਕਦਾ। ਹੁਣ ਬਠਿੰਡੇ 'ਚ ਕੱਲ੍ਹ ਇੱਕ ਐਂਬੂਲੈਂਸ ਫੜੀ ਗਈ। ਜੀ ਉਸ ਐਂਬੂਲੈਂਸ 'ਚ 3 ਜਣੇ ਸੀ, ਕਿਤੋਂ ਡਰੱਗ ਲੈ ਕੇ ਮੁੜਦੇ ਫੜੇ ਪੁਲਿਸ ਨੇ, ਸੂਹ ਮਿਲੀ ਪਈ ਲੈ ਕੇ ਆ ਰਹੇ ਆ। ਜੀ ਕੀਤਾ ਕੀ ਆ ਕਿ 3 ਚੋਂ 1 ਜਣੇ ਦੀ ਲੱਤ ਦੇ ਉੱਤੇ ਉਹ ਪਲਸਤਰ ਲਾਤਾ, ਕਹਿੰਦੇ ਤਾਂ ਜੀ ਲੱਤ ਟੁੱਟੀ ਹੈ ਅਤੇ ਇਹਨੂੰ ਲੈ ਕੇ ਆ ਰਹੇ। ਜੀ ਉਹ ਕਿਤੇ ਪੁਲਿਸ ਵਾਲਿਆਂ ਨੂੰ ਮਾੜੀ ਮੋਟੀ ਪਹਿਲਾਂ ਸੂਹ ਸੀ। ਉਹ ਜਿਹੜੇ ਮੁੰਡੇ ਦੀ ਲੱਤ 'ਤੇ ਪਲਸਤਰ ਲੱਗਾ ਸੀ, ਉਹਦੀ ਕਿਤੇ ਬਹੁਤ ਪਹਿਲਾਂ ਇੱਕ ਵਾਰੀ ਕਹਿੰਦੇ ਲੱਤ ਟੁੱਟੀ ਸੀ ਜੀ ਅਤੇ ਉਹਦੇ ਵਿੱਚ ਰਾੜ ਪਾਇਆ ਸੀ। ਉਹ ਰਾੜ ਪਿਆ ਹੋਣ ਕਰਕੇ ਉਹਨਾਂ ਨੇ ਆਖਿਆ ਜੀ ਆਹ ਵੇਖੋ ਇਹੋ ਹੀ ਆ, ਇਹਦੀ ਲੱਤ ਦਾ ਸਵਾਲ ਸੀ, ਇਹਨੂੰ ਪਲਸਤਰ ਲਾਇਆ। ਪਰ ਜਦੋਂ ਤਲਾਸ਼ੀ ਲਈ ਤਾਂ ਕੋਲੋਂ ਡਰੱਗ ਨਿਕਲ ਆਈ। ਹੁਣ ਐਂਬੂਲੈਂਸ ਇਸ ਕੰਮ ਵਾਸਤੇ ਵਰਤੀ ਜਾਵੇ। ਇਹਦੇ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਨਾਕੇ ਦੇ ਉੱਤੇ ਫੜੇ ਗਏ, ਉਹ ਕਿਤੇ 2-3 ਵਾਰੀ ਨਿਕਲ ਗਏ ਸੀ ਅਤੇ ਪੁਲਿਸ ਵਾਲਿਆਂ ਨੂੰ ਸ਼ੱਕ ਪਿਆ ਕਿ ਬੰਦੇ ਤਾਂ ਉਹੀ ਆ, ਮੁੜ ਮੁੜ ਕੇ ਜਾਂਦੇ ਰਹੇ, ਇਹ ਐਂਬੂਲੈਂਸ ਇੰਨੀ ਵਾਰ ਕਿਉਂ ਘੁੰਮਦੀ ਹੈ। ਜੀ ਚੈੱਕ ਕੀਤਾ ਅਤੇ ਉਹ ਅਸੀਂ ਤਾਂ ਜੀ ਡੈੱਡ ਬਾਡੀ ਲੈ ਕੇ ਆ ਰਹੇ ਹਾਂ। ਜਦੋਂ ਪੁਲਿਸ ਵਾਲਿਆਂ ਨੇ ਜਰਾ ਕੁ ਦਬਕਾ ਮਾਰਿਆ ਅਤੇ ਡੈੱਡ ਬਾਡੀ ਉੱਠ ਕੇ ਬਹਿ ਗਈ। ਔਰ ਇਹੋ ਕੁਝ ਕੱਲ੍ਹ ਪਾਕਿਸਤਾਨ 'ਚ ਹੋਇਆ। ਪਾਕਿਸਤਾਨ ਦੇ ਵਿੱਚ ਵੀ ਇੱਕ ਐਂਬੂਲੈਂਸ ਫੜੀ ਗਈ। ਅਸੀਂ ਤਾਂ ਜੀ ਡੈੱਡ ਬਾਡੀ ਲੈ ਕੇ ਜਾ ਰਹੇ ਹਾਂ, ਇਹ ਮਰ ਗਿਆ ਸੀ, ਨਾਲ ਇਹ ਕਹਿਤਾ ਕਰੋਨਾ ਨਾਲ ਮਰ ਗਿਆ ਸੀ, ਤਾਂ ਕਿ ਪੁਲਿਸ ਵਾਲੇ ਲਾਗੇ ਹੋ ਕੇ ਚੈੱਕ ਨਾ ਕਰਨ। ਉਹਨੇ ਆਖਿਆ ਅੱਛਾ ਅਤੇ ਤੁਸੀਂ ਇਹਦੇ ਲਾਗੇ ਨਾ ਕਿਉਂ ਬੈਠੇ ਆ? ਜੇ ਕਰੋਨਾ ਨਾਲ ਮਰ ਗਿਆ ਸੀ ਤੁਸੀਂ ਜਰਾ ਬਾਹਰ ਨਿਕਲੋ। ਜੀ ਅਸੀਂ ਬੈਠੇ ਹਾਂ ਜੀ, ਸਾਨੂੰ ਤੁਸੀਂ ਜਾਣ ਦਿਓ ਜਾ ਕੇ ਇਹਨੂੰ ਦਫਨਾਉਣਾ, ਇਹਨੇ ਤੁਸੀਂ ਬਾਹਰ ਨਿਕਲੋ, ਅਸੀਂ ਚੈੱਕ ਕਰਨੇ ਆ। ਜਦੋਂ ਪੁਲਿਸ ਵਾਲਾ ਜਰਾ ਦਬਕਾ ਮਾਰਿਆ ਅਤੇ ਬਾਡੀ ਹਿੱਲਣ ਲੱਗ ਪਈ। ਉਹਨਾਂ ਅਗਲੇ ਲੱਤੋਂ ਫੜ ਕੇ ਖਿੱਚਿਆ ਅਤੇ ਬਾਡੀ ਉੱਠ ਕੇ ਬਹਿ ਗਈ। ਉਹਨੇ ਆਖਿਆ ਕੁਛ ਨਹੀਂ।
ਹੁਣ ਇਹ ਜਿਹੜੀਆਂ ਲੋਕਾਂ ਦੇ ਵਿੱਚ ਵੀ ਆ ਮਾੜੀਆਂ ਆਦਤਾਂ ਨੇ, ਜੀ। ਕਾਨੂੰਨ ਨੂੰ ਧੋਖਾ ਦੇਣ ਦੀਆਂ ਆਦਤਾਂ, ਉਹ ਵੀ ਤਾਂ ਕੰਮ ਖਰਾਬ ਕਰਦੀਆਂ ਪਈਆਂ ਨੇ। ਬਿਲਕੁਲ ਸਹੀ ਗੱਲ। ਇਸ ਵਕਤ ਆਪਣੇ ਕੋਲੇ ਕੀ ਸਟੇਟਸ ਹੈ ਜੀ ਕਰੋਨਾ ਦਾ? ਦੇਖੋ ਆਪਣੇ ਕੋਲ ਜਿਹੜਾ ਸਟੇਟਸ ਆ ਉਹਦੇ 'ਚ ਅਜੇ ਮੈਂ ਪੰਜਾਬ ਦੀ ਗੱਲ ਫਿਰ ਕਰਨੀ ਆ, ਉਹਦੇ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਦੁਨੀਆ ਦੇ ਉੱਤੇ ਇਸ ਵੇਲੇ ਤੱਕ 1,77,775 ਲੋਕ ਜਾਨ ਗਵਾ ਚੁੱਕੇ ਆ ਜੀ। ਪੌਣੇ 2 ਲੱਖ ਤੋਂ ਵੱਧ ਹੋ ਗਏ ਜੀ। ਕੁੱਲ ਕੇਸਾਂ ਦੀ ਗਿਣਤੀ 25,65,000 ਤੋਂ ਵੱਧ ਗਈ ਹੈ। ਅਮਰੀਕਾ ਦੇ ਵਿੱਚ 45,343 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ 'ਚ 24,648 ਦੀ ਹੋ ਚੁੱਕੀ ਹੈ। ਸਪੇਨ 'ਚ 21,282 ਦੀ ਹੋ ਚੁੱਕੀ ਹੈ। ਫਰਾਂਸ ਵਿੱਚ 20,796 ਦੀ ਹੋ ਚੁੱਕੀ ਹੈ। ਇਹਨਾਂ ਤੋਂ ਬਾਅਦ ਦੇਸ਼ਾਂ ਦਾ ਨੰਬਰ ਨਹੀਂ ਆਉਂਦਾ। ਅਮਰੀਕਾ ਦੀ ਨਿਊਯਾਰਕ ਸਟੇਟ ਦਾ ਆਉਂਦਾ, ਉੱਥੇ 19,693 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੇ ਫਿਰ ਯੂਕੇ ਦੇ ਵਿੱਚ 17,337 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਾਕਿਸਤਾਨ ਦੇ ਵਿੱਚ ਮੌਤਾਂ ਹੋਈਆਂ ਨੇ 209 ਤੇ ਕੇਸ ਹੋ ਚੁੱਕੇ ਨੇ 9749 ਤੇ ਉੱਥੋਂ ਦੀ ਸਰਕਾਰ ਚਿੰਤਾ ਵਿੱਚ ਹੈ ਕਿ ਕੇਸ ਲਗਾਤਾਰ ਵੱਧਦੇ ਜਾ ਰਹੇ ਜੀ। ਇਹਦੇ ਦੌਰਾਨ ਸਾਡੇ ਭਾਰਤ ਵਿੱਚ ਸਭ ਤੋਂ ਮਾੜੀ ਹਾਲਤ ਆ ਮਹਾਰਾਸ਼ਟਰ ਦੀ, ਉੱਥੇ 5229 ਕੇਸ ਨੇ ਤੇ 251 ਮੌਤਾਂ ਹੋ ਚੁੱਕੀਆਂ। ਜੀ। ਸਾਰੇ ਭਾਰਤ ਵਿੱਚ ਮੌਤਾਂ ਦੀ ਗਿਣਤੀ ਵੈਸੇ 640 ਹੋ ਚੁੱਕੀ ਹੈ ਜੀ। ਔਰ ਕੇਸਾਂ ਦੀ ਗਿਣਤੀ ਵੀ 19,984, ਇਹਦਾ ਮਤਲਬ 20,000 ਹੋ ਚੁੱਕੀ ਹੈ ਜੀ। ਅੱਛਾ, ਗੁਜਰਾਤ ਦੇ ਵਿੱਚ 95 ਮੌਤਾਂ ਨੇ ਤੇ 2272 ਕੇਸ ਨੇ। ਮੱਧ ਪ੍ਰਦੇਸ਼ 'ਚ 76 ਮੌਤਾਂ ਨੇ, 1552 ਕੇਸ ਨੇ। ਦਿੱਲੀ ਜਿਹੜੀ ਪਹਿਲਾਂ ਬੜੀ ਜ਼ਿਆਦਾ ਪ੍ਰਭਾਵਿਤ ਸੀ ਇਹ ਤੋਂ, ਉਹ ਹੁਣ ਕੰਟਰੋਲ 'ਚ ਆ, 47 ਮੌਤਾਂ ਨੇ, 2156 ਕੇਸ ਨੇ। ਰਾਜਸਥਾਨ 'ਚ 26 ਮੌਤਾਂ ਨੇ, 1799 ਕੇਸ ਆ। ਤੇਲੰਗਾਨਾ 'ਚ 23 ਮੌਤਾਂ ਨੇ, 928 ਕੇਸ ਆ ਤੇ ਆਂਧਰਾ ਪ੍ਰਦੇਸ਼ 'ਚ 24 ਮੌਤਾਂ ਨੇ, 813 ਕੇਸ ਹੈ। ਸੋ ਇਹ ਸਥਿਤੀਆਂ ਸਾਡੇ ਦੇਸ਼ ਦੀਆਂ ਨੇ ਸਾਰੇ ਦੀਆਂ। ਇਹਦੇ 'ਚ ਮਤਲਬ ਵੇਖਣ ਵਾਲੀ ਗੱਲ ਇਹ ਆ ਕਿ ਹਾਲਾਤ ਸੰਸਾਰ ਪੱਧਰ ਤੇ ਬਹੁਤ ਜ਼ਿਆਦਾ ਵਿਗੜੇ ਪਏ ਨੇ। ਜੀ। ਸਾਡਾ ਦੇਸ਼ ਅਜੇ ਤੱਕ ਕਾਫੀ ਹੱਦ ਤੱਕ ਬਚਿਆ। ਹੁਣ ਤੱਕ ਸਿਰਫ 644 ਮੌਤਾਂ ਨੇ, ਮੌਤ ਇੱਕ ਵੀ ਮਾੜੀ ਹੁੰਦੀ ਹੈ ਜੀ। ਪਰ ਸਿਰਫ 640 ਅਸੀਂ ਇਹ ਤਾਂ ਕਹਿੰਦੇ ਆ ਕਿ ਜਿਹੜੇ ਬਾਕੀਆਂ 'ਚ ਹੁਣ ਅਮਰੀਕਾ ਵਰਗਾ ਦੇਸ਼ 40,000 ਤੋਂ ਟੱਪ ਚੁੱਕਾ ਹੋਵੇ ਜੀ। ਤੇ ਭਾਰਤ ਵਿੱਚ ਅਜੇ ਤੱਕ 1,000 ਵੀ ਨਹੀਂ, 640 ਮੌਤਾਂ ਹੋਈਆਂ ਨੇ। ਅਸੀਂ ਇਹ ਕਹਿੰਦੇ ਕਾਫੀ ਹੱਦ ਤੱਕ ਬਚਿਆ, ਪਰ ਸਾਨੂੰ ਇਹ ਪਤਾ ਕਿ ਅੰਦਰੇ ਅੰਦਰ ਬਿਮਾਰੀ ਜਿੰਨੀ ਤੇਜ਼ੀ ਨਾਲ ਵੱਧ ਰਹੀ ਹੈ। ਖਾਸ ਤੌਰ ਤੇ ਮਹਾਰਾਸ਼ਟਰ ਦੇ ਮੁੰਬਈ ਸ਼ਹਿਰ ਦੇ ਵਿੱਚ ਧਾਰਾਵੀ ਬਸਤੀ ਜਿਸ ਤਰ੍ਹਾਂ ਸ਼ੁਰੂ ਹੋਈ ਆ, ਉਹ ਜੇ ਇਸੇ ਤਰ੍ਹਾਂ ਤੁਰਦੀ ਗਈ ਤੇ ਨੁਕਸਾਨ ਬਹੁਤ ਕਰ ਸਕਦੀ ਹੈ। ਜੀ। ਆਪਾਂ ਸਟੇਟਾਂ ਦੀ ਤੇ ਪੰਜਾਬ ਦੀ ਗੱਲ ਤੁਸੀਂ ਕਹਿੰਦੇ ਕਰਨੀ। ਜਿਹੜੀ ਪੰਜਾਬ ਦੀ ਗੱਲ ਹੈ ਨਾ, ਉਹਦੇ 'ਚ ਇੱਕ ਤਾਂ ਇਹ ਸਾਨੂੰ ਨੋਟ ਕਰਨਾ ਚਾਹੀਦਾ ਕਿ ਪੰਜਾਬ ਸਰਕਾਰ ਨੇ ਇਹ ਫੈਸਲਾ ਕਰ ਦਿੱਤਾ ਕਿ ਬੜੇ ਦਿਨਾਂ ਦੀ ਗੱਲ ਚੱਲਦੀ ਸੀ ਜੀ। ਕਿ ਪ੍ਰਾਈਵੇਟ ਹਸਪਤਾਲਾਂ ਵਾਲਿਆਂ ਨੇ ਇੰਨੇ ਕਰੋੜਾਂ ਰੁਪਏ ਲਾਏ ਆ, ਵੱਡੇ ਵੱਡੇ ਐਕਸਪਰਟ ਸਪੈਸ਼ਲਿਸਟ ਨੇ, ਸੁਪਰ ਸਪੈਸ਼ਲਿਸਟ ਜਿਹੜੇ ਨੇ ਉਹਨਾਂ ਹਸਪਤਾਲਾਂ ਦੇ ਵਿੱਚ ਬੈਠੇ ਨੇ। ਉਹਦੇ ਸੁਪਰ ਸਪੈਸ਼ਲਿਸਟ ਅੱਜ ਕੱਲ੍ਹ ਕੰਮ ਛੱਡ ਕੇ ਆਪੋ ਆਪਣੇ ਘਰ ਹੀ ਬੈਠੇ ਆ। ਜੀ। ਇਹਨਾਂ ਸਾਰਿਆਂ ਨਾਲ ਸ਼ਾਮਲ ਕਿਉਂ ਨਹੀਂ ਕਰਦੇ? ਸ਼ਾਮਲ ਨਹੀਂ ਕਰਦੇ ਜਾਂ ਉਹ ਸ਼ਾਮਲ ਹੋਣਾ ਨਹੀਂ ਚਾਹੁੰਦੇ, ਇਹਦੇ ਬਾਰੇ ਵੀ ਪਤਾ ਲੱਗ ਜਾਵੇ। ਜੀ। ਸਰਕਾਰ ਨੇ ਹੁਣ ਇਹ ਫੈਸਲਾ ਕਰ ਦਿੱਤਾ ਕਿ ਜੇ ਕੋਈ ਪ੍ਰਾਈਵੇਟ ਹਸਪਤਾਲ 'ਚ ਇਲਾਜ ਕਰਾਉਣਾ ਚਾਹਵੇ ਤਾਂ ਕਰਵਾ ਲਵੇ। ਨੰਬਰ 1। ਨੰਬਰ 2, ਨੋਟੀਫਾਈ ਕਰਨ ਲੱਗੇ ਆ, ਇਹ ਫੈਸਲਾ ਹੋ ਗਿਆ ਕਿ ਨੋਟੀਫਾਈ ਕਰ ਦਿਓ ਕਿ ਪ੍ਰਾਈਵੇਟ ਹਸਪਤਾਲਾਂ ਦੇ ਜਿਹੜੇ ਡਾਕਟਰ ਨੇ, ਸਪੈਸ਼ਲਿਸਟ ਨੇ, ਉਹ ਹਸਪਤਾਲ ਵਿੱਚ ਵੀ ਇਲਾਜ ਤੋਂ ਨਾ ਨਹੀਂ ਕਰਨਗੇ ਤੇ ਜੇ ਲੋੜ ਪਵੇ ਤੇ ਪ੍ਰਾਈਵੇਟ ਹਸਪਤਾਲ ਤੋਂ ਉੱਠ ਕੇ ਸਰਕਾਰੀ ਹਸਪਤਾਲ ਵਿੱਚ ਆ ਕੇ ਵੀ ਜੇ ਕਿਸੇ ਦਾ ਇਲਾਜ ਕਰਨਾ ਪਵੇ ਤੇ ਉਹ ਕਰਨ ਵਾਸਤੇ ਪਹੁੰਚਣਗੇ, ਇਨਕਾਰ ਨਹੀਂ ਕਰਨਗੇ। ਜੀ। ਇਹ ਵੀ ਗੱਲ ਜਿਹੜੀ ਉਹਦੇ 'ਚ ਸ਼ਾਮਲ ਕੀਤੀ ਜਾ ਰਹੀ ਹੈ। ਹੋਰ ਵੀ ਜਿਹੜਾ ਸਹਾਇਕ ਸਟਾਫ ਹੁੰਦਾ, ਨਰਸਿਸ, ਲੈਬ ਟੈਕਨੀਸ਼ੀਅਨ, ਫਾਰਮਾਸਿਸਟ, ਉਹਨਾਂ ਸਾਰਿਆਂ ਬਾਰੇ ਵੀ ਸਰਕਾਰ ਇਹ ਸੋਚਦੀ ਪਈ ਹੈ ਕਿ ਲੋੜ ਪਵੇ ਤੇ ਪ੍ਰਾਈਵੇਟ ਹਸਪਤਾਲਾਂ ਤੋਂ ਵੀ ਜੇ ਇੱਥੇ ਲਿਆਉਣੇ ਪੈਣ ਤੇ ਲਿਆਂਦੇ ਜਾ ਸਕਦੇ ਆ, ਕੋਈ ਇਨਕਾਰ ਨਹੀਂ ਕਰੂਗਾ। ਉੱਦਾਂ ਪੰਜਾਬ 'ਚ ਹੁਣ ਤੱਕ 256 ਕੇਸ ਹੋਏ ਨੇ ਤੇ 16 ਮੌਤਾਂ ਹੋਈਆਂ ਨੇ। ਜੀ। ਮੌਤਾਂ ਪਰਸੋਂ ਦੀਆਂ 16 ਤੇ ਟਿਕੀਆਂ, ਅਸੀਂ ਸੁੱਖ ਮੰਗੀਏ ਕਿ ਹੋਰ ਨਾ ਹੋਣ। ਪਰ ਇਹਦੇ 'ਚ ਮੋਹਾਲੀ ਅਜੇ ਵੀ ਸਭ ਤੋਂ ਉੱਪਰ ਹੈ, 62 ਕੇਸ ਨੇ, 2 ਮੌਤਾਂ ਹੋਈਆਂ। ਜਲੰਧਰ 'ਚ 53 ਕੇਸ ਹੈ, ਪਰ ਜਲੰਧਰ 'ਚ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ, ਲਗਾਤਾਰ ਕੇਸ ਵੱਧ ਰਹੇ ਆ ਜਿਹੜੇ, ਉਹ ਚਿੰਤਾ ਵਾਲੀ ਗੱਲ ਹੈ। ਮੌਤਾਂ ਅਜੇ ਤੱਕ ਇੱਥੇ 2 ਜਿਹੜੀਆਂ ਪਹਿਲਾਂ ਹੋ ਗਈਆਂ ਉਹੀ ਆ, ਹੋਰ ਨਹੀਂ ਹੋਈਆਂ। ਪਟਿਆਲੇ 'ਚ 31 ਕੇਸ ਨੇ, ਮੌਤ ਕੋਈ ਨਹੀਂ ਹੋਈ। ਪਠਾਨਕੋਟ 'ਚ 24 ਕੇਸ ਨੇ, ਮੌਤ ਇੱਕ ਹੋਈ ਆ। ਇਹਦੇ 'ਚ ਮੈਂ ਖਾਸ ਤੌਰ ਤੇ ਜ਼ਿਕਰ ਕਰਨਾ ਚਾਹੂੰ ਕਿ ਬਿਮਾਰੀ ਸਭ ਤੋਂ ਪਹਿਲਾਂ ਤੁਰੀ ਸੀ ਨਵੇਂ ਸ਼ਹਿਰ ਜ਼ਿਲ੍ਹੇ ਤੋਂ, ਜੀ। ਗਿਆਨੀ ਬਲਦੇਵ ਸਿੰਘ ਪਠਲਾਵੇ ਤੋਂ, ਉਹਦੀ ਮੌਤ ਹੋ ਗਈ। ਉਹਦੇ ਤੋਂ ਬਾਅਦ 18 ਕੇਸ ਹੋਰ ਸਨ, ਜਿਨ੍ਹਾਂ 'ਚੋਂ ਇੱਕ ਤਾਂ ਉਹਦਾ ਪੋਤਾ ਹੀ ਸੀ, ਜੀ। ਹੋਰ ਲੋਕ ਵੀ ਸਨ। ਇਸ ਵੇਲੇ ਤੱਕ ਉਹ 18 ਦੇ 18 ਲੋਕ ਰਿਕਵਰ ਹੋ ਕੇ, ਠੀਕ ਹੋ ਕੇ ਆਪੋ ਆਪਣੇ ਘਰੀ ਪਹੁੰਚ ਗਏ। ਜੀ। ਅੱਜ ਸਵੇਰੇ ਇਹ ਡਿਕਲੇਅਰ ਕਰ ਦਿੱਤਾ ਗਿਆ
ਕਿ ਨਵਾਂ ਸ਼ਹਿਰ ਜ਼ਿਲ੍ਹਾ ਜਿਹੜਾ ਉਹ ਪੂਰੀ ਤਰ੍ਹਾਂ ਇਸ ਬਿਮਾਰੀ ਤੋਂ ਫ੍ਰੀ ਆ, ਉਸੇ ਤਰ੍ਹਾਂ ਫ੍ਰੀ ਆ ਜਿਵੇਂ ਸਾਡਾ ਬਠਿੰਡਾ, ਫਾਜ਼ਿਲਕਾ ਤੇ ਤਰਨਤਾਰਨ 3 ਜ਼ਿਲ੍ਹੇ ਹੁਣ ਤੱਕ ਫ੍ਰੀ ਗਿਣੇ ਜਾਂਦੇ ਸੀ। ਇਹ ਚੌਥਾ ਜ਼ਿਲ੍ਹਾ ਜਿਹੜਾ ਕਰੋਨਾ ਦੀ ਬਿਮਾਰੀ ਤੋਂ ਇਸ ਵੇਲੇ ਫ੍ਰੀ ਆ। ਜਿਹੜੇ ਜਿੱਥੋਂ ਬਿਮਾਰੀ ਤੁਰੀ ਸੀ ਉਹ ਜ਼ਿਲ੍ਹਾ ਫ੍ਰੀ ਹੋ ਗਿਆ। ਦੂਜਾ ਹੁਸ਼ਿਆਰਪੁਰ ਆ, ਉਹ 'ਚ 1-2 ਬੰਦਿਆਂ ਦਾ ਟ੍ਰੀਟਮੈਂਟ ਚੱਲਦਾ, ਪਰ ਮੌਤਾਂ ਉਹਨਾਂ ਨੇ ਨਹੀਂ ਵਧਣ ਦਿੱਤੀਆਂ, ਕਾਫੀ ਹੱਦ ਤੱਕ ਕੰਟਰੋਲ ਹੋ ਗਿਆ। ਲੁਧਿਆਣੇ ਦੇ ਵਿੱਚ ਕੇਸ ਅਜੇ ਤੱਕ 15 ਨੇ, ਬਹੁਤੇ ਨਹੀਂ ਹੋਏ, ਪਰ ਮੌਤਾਂ 4 ਹੋ ਚੁੱਕੀਆਂ ਨੇ। ਅੰਮ੍ਰਿਤਸਰ ਦੇ ਵਿੱਚ 2 ਮੌਤਾਂ ਤੇ 11 ਕੇਸ ਨੇ, ਮਾਨਸਾ 'ਚ 11 ਕੇਸ, ਮੌਤ ਕੋਈ ਨਹੀਂ। ਹੁਸ਼ਿਆਰਪੁਰ ਦਾ ਮੈਂ ਦੱਸ ਦਿੱਤਾ, ਮੋਗੇ 'ਚ 4 ਕੇਸ ਨੇ, ਮੌਤ ਕੋਈ ਨਹੀਂ। ਫਰੀਦਕੋਟ 'ਚ 3 ਕੇਸ ਹੈ, ਮੌਤ ਕੋਈ ਨਹੀਂ। ਰੋਪੜ ਦੇ ਵਿੱਚ 3 ਕੇਸ, ਪਰ 1 ਜਣੇ ਦੀ ਮੌਤ ਵੀ ਹੋ ਚੁੱਕੀ ਹੈ। ਸੰਗਰੂਰ 3 ਕੇਸ, ਫਤਿਹਗੜ੍ਹ ਸਾਹਿਬ 2 ਕੇਸ, ਇਹਨਾਂ 'ਚ ਵੀ ਮੌਤ ਕੋਈ ਨਹੀਂ ਹੋਈ। ਗੁਰਦਾਸਪੁਰ 'ਚ 2 ਕੇਸ ਆਏ, ਉਹਨਾਂ 'ਚੋਂ 1 ਦੀ ਮੌਤ ਹੋ ਚੁੱਕੀ ਹੈ। ਫਿਰੋਜ਼ਪੁਰ ਦੇ ਵਿੱਚ 1 ਕੇਸ ਆ, ਮੁਕਤਸਰ 'ਚ 1 ਕੇਸ ਆ, ਇਹਨਾਂ 'ਚ ਕੋਈ ਮੌਤ ਨਹੀਂ ਹੋਈ, ਤੇ ਸੁੱਖ ਮੰਗਾਂਗੇ ਕਿ ਨਾ ਹੋਵੇ। ਇਹ ਸਥਿਤੀਆਂ ਮੋਟੇ ਤੌਰ ਤੇ ਸਾਡੇ ਪੰਜਾਬ ਦੀਆਂ ਨੇ ਜੀ। ਮਤਲਬ ਜਿਹੜਾ ਤੁਸੀਂ ਪ੍ਰਾਈਵੇਟ ਡਾਕਟਰਾਂ ਦੀ ਗੱਲ ਕੀਤੀ ਸੀਗੀ, ਉਹਦੇ 'ਚ ਮੰਨ ਲਓ ਕੋਈ ਬੰਦਾ ਉੱਥੇ ਜਾਂਦਾ ਪ੍ਰਾਈਵੇਟ ਹਸਪੀਟਲ, ਤੇ ਫਿਰ ਉਹਦਾ ਇਲਾਜ ਵੀ ਸਰਕਾਰ ਕਰਾਊਗੀ ਜੀ? ਦੇਖੋ, ਅਜੇ ਤੱਕ ਇਹ ਸਪਸ਼ਟ ਨਹੀਂ, ਮੇਰਾ ਖਿਆਲ ਆ ਕਿ ਉਹਨਾਂ ਨੇ ਕੀਤਾ ਕਿ ਕੁਝ ਲੋਕਾਂ ਦੇ ਇਸ ਤਰ੍ਹਾਂ ਦੇ ਸੈਂਟਰ ਗੌਰਮੈਂਟ ਦੀ ਹੈਲਥ ਸਕੀਮ ਦੇ ਵਿੱਚ ਜਾਂ ਕਿਸੇ ਹੋਰ ਪਾਸੇ ਕਾਰਡ ਬਣਾਏ ਹੋਏ ਆ ਜੀ। ਕੁਝ ਲੋਕੀ ਇਸ ਤਰ੍ਹਾਂ ਦੇ ਪ੍ਰਬੰਧ ਕਰੀ ਬੈਠੇ ਆ। ਕੁਝ ਜਿਹੜੇ ਸਾਬਕਾ ਫੌਜੀ ਨੇ ਉਹਨਾਂ ਸਾਰਿਆਂ ਵਾਸਤੇ, ਜਾਂ ਕੁਝ ਹੋਰ ਪ੍ਰਾਈਵੇਟ ਕੰਪਨੀਆਂ 'ਚ ਕੰਮ ਕਰਦੇ ਲੋਕ ਹੈ, ਉਹਨਾਂ ਕੰਪਨੀਆਂ ਨੇ ਇੱਕ ਜਾਂ ਦੂਸਰੀ ਕਿਸੇ ਇੰਸ਼ੋਰੈਂਸ ਕੰਪਨੀ ਨਾਲ ਗੱਲ ਕੀਤੀ ਹੈ ਕਿ ਸਾਡਾ ਬੰਦਾ ਜਦੋਂ ਵੀ ਬਿਮਾਰ ਹੋਵੇ, ਜਿਹੜੀ ਵੀ ਬਿਮਾਰੀ ਹੋਵੇ, ਆਹ ਹਸਪਤਾਲ ਤੁਹਾਡੀ ਲਿਸਟ ਹੈ, ਉੱਥੇ ਜਾ ਕੇ ਇਲਾਜ ਕਰਾਊਗਾ। ਤੁਸੀਂ ਉਸ ਇਲਾਜ ਦੌਰਾਨ ਜਿੰਨਾ ਵੀ ਖਰਚਾ ਹੋਵੇ ਤੁਸੀਂ ਸਾਰਾ ਵੇਖਣਾ। ਉਹ ਕੁਝ ਤਾਂ ਉਹਦੇ 'ਚ ਆਉਂਦੇ ਹੋਣਗੇ, ਪਰ ਬਾਕੀਆਂ ਦੇ ਬਾਰੇ 'ਚ ਜੇ ਕੋਈ ਇਹ ਸਮਝੇ ਕਿ 10-20 ਲੱਖ, ਅੱਜ ਹੀ ਪਤਾ ਲੱਗਾ ਇੱਕ ਬੀਬੀ ਬਜ਼ੁਰਗ ਹੈ, ਉਹਨੇ ਇਲਾਜ ਕਰਾਇਆ ਕਰੋਨਾ ਵਾਇਰਸ ਦੇ ਨਾਲ, ਉਹ ਠੀਕ ਹੋ ਗਈ ਹੈ, ਕਰਾਇਆ ਪ੍ਰਾਈਵੇਟ ਹਸਪਤਾਲ ਤੋਂ, ਹੁਣ ਉਹਦਾ ਬਿੱਲ ਬਣ ਗਿਆ 20 ਲੱਖ ਰੁਪਏ ਦਾ। 20 ਲੱਖ ਰੁਪਈਆ ਉਹ ਆਪਣੇ ਪੱਲੋਂ ਕਿੱਥੋਂ ਦੇਵੇਗੀ? ਅਜੇ ਕੱਲ੍ਹ ਗੱਲ ਆਈ ਆ ਕਿ ਸਾਡੇ ਇੱਥੇ ਪੰਜਾਬ ਦੇ ਵਿੱਚ ਲੀਡਰਾਂ 'ਚੋਂ ਇੱਕ ਲੀਡਰ ਦਾ 3 ਕਰੋੜ ਦੇ ਲਾਗੇ ਵੀ ਡਾਕਟਰੀ ਦਾ ਬਿੱਲ ਬਣਿਆ ਪਿਆ। ਇਹ ਇੱਥੇ 40-40, 50-50 ਲੱਖ ਵਾਲੇ ਵੀ ਨੇ, 20-20 ਲੱਖ ਵਾਲੇ ਵੀ ਨੇ। ਮੈਨੂੰ ਸਮਝ ਹੀ ਨਹੀਂ ਲੱਗਦੀ ਕਿ ਉਹਨਾਂ ਨੂੰ ਇਹੋ ਜਿਹੀਆਂ ਬਿਮਾਰੀਆਂ ਕਿਹੜੀਆਂ ਲੱਗਦੀਆਂ ਨੇ ਜਿੱਥੇ 15-15, 20-20 ਲੱਖ ਉਹਨਾਂ ਨੇ ਲਾਤੇ ਆ। ਅੰਨਾ ਖਰਚਾ ਪਾਇਆ ਪਿਆ। ਜੇ ਉਹਨਾਂ ਲੋਕਾਂ 'ਤੇ ਇੰਨਾ ਖਰਚਾ ਹੋ ਸਕਦਾ, ਤੇ ਜਿਹੜੇ ਲੋਕ ਉਹਨਾਂ ਨੂੰ ਲੀਡਰ ਚੁਣਦੇ ਆ, ਫਿਰ ਉਹਨਾਂ ਲੋਕਾਂ 'ਤੇ ਕਿਉਂ ਨਹੀਂ ਹੋ ਸਕਦਾ? ਉਹਨਾਂ ਦੀ ਬਿਮਾਰੀ ਦਾ ਸਾਰਾ ਖਰਚਾ ਵੀ ਫਿਰ ਸਰਕਾਰ ਨੂੰ ਝੱਲਣਾ ਚਾਹੀਦਾ। ਦੂਸਰੀ ਗੱਲ ਮੈਂ ਇਹਦੇ ਨਾਲ ਜੋੜ ਕੇ ਕਹਾਂ ਕਿ ਸਰਕਾਰੀ ਹਸਪਤਾਲਾਂ ਬਾਰੇ ਵੀ ਇਹ ਪ੍ਰਚਾਰ ਜ਼ਿਆਦਾ ਕਿ ਉੱਥੇ ਪਤਾ ਨਹੀਂ ਜੀ ਸਹੂਲਤਾਂ ਹੈ ਨਹੀਂ ਜੀ, ਆਹ ਨਹੀਂ। ਭਾਈ ਨਿਰਮਲ ਸਿੰਘ ਖਾਲਸਾ ਦੀ ਧੀ ਇੱਥੇ ਜਲੰਧਰ ਸੀ ਜੀ, ਉਹਦਾ ਇਲਾਜ ਹੋਇਆ, ਠੀਕ ਹੋ ਗਈ। ਜਦੋਂ ਠੀਕ ਹੋ ਕੇ ਬਾਹਰ ਨਿਕਲੀ ਆ, ਉਹਨੇ ਪੱਤਰਕਾਰਾਂ ਸਾਹਮਣੇ ਪਹਿਲੀ ਗੱਲ ਇਹ ਆਖੀ ਆ, ਜੇ ਕਦੇ ਮੇਰੇ ਪਾਪਾ ਨੂੰ ਵੀ ਜਲੰਧਰ ਲੈ ਆਉਂਦੇ ਠੀਕ ਹੀ ਹੋ ਜਾਂਦਾ, ਅਸੀਂ ਉੱਥੋਂ ਵਾਲੇ ਮੈਡੀਕਲ ਕਾਲਜ ਵਿੱਚ ਲੈ ਗਏ। ਹੁਣ ਉਹ ਜਿਹੜੀ ਸਥਿਤੀ ਹੈ, ਹੁਣ ਭਾਈ ਨਿਰਮਲ ਸਿੰਘ ਖਾਲਸਾ ਤਾਂ ਵਾਪਸ ਆ ਨਹੀਂ ਸਕਦੇ, ਪਰ ਬੀਬੀ ਦਾ ਇਹ ਕਹਿਣਾ ਕਿ ਜਲੰਧਰ ਦੇ ਹਸਪਤਾਲ 'ਚ ਮੈਂ ਠੀਕ ਹੋ ਗਿਆ। ਜਿੰਨੇ ਲੋਕ ਗਏ ਕੁਆਰੰਟਾਈਨ 'ਚ ਇੰਨੇ ਦਿਨ ਰਹਿ ਕੇ ਆਏ, ਇਲਾਜ ਕਰਾ ਕੇ ਆਏ, ਉਹ ਸਾਰੇ ਕਹਿੰਦੇ ਪ੍ਰਬੰਧ ਠੀਕ ਹੈ। ਪਰ ਜਿਹਨੂੰ ਉੱਥੇ ਜਾਣਾ ਪੈਂਦਾ, ਉਹ ਜਾਣ ਤੋਂ ਪਹਿਲਾਂ ਇੰਨਾ ਜ਼ਿਆਦਾ ਇਸ ਗੱਲ ਦੇ ਉੱਤੇ ਘਬਰਾਉਂਦਾ ਕਿ ਪਤਾ ਨਹੀਂ ਅੰਦਰ ਕੀ ਹੋ ਜਾਣਾ। ਮੈਨੂੰ ਅੱਜ ਕਿਸੇ ਨੇ ਆਖਿਆ, ਕਹਿੰਦੇ ਜੀ ਸਾਨੂੰ ਪਤਾ ਲੱਗਾ ਕਿ ਅੰਦਰ ਉਹਨਾਂ ਦੇ ਮੋਬਾਈਲ ਫੋਨ ਵੀ ਰਖਾ ਲੈਂਦੇ ਆ, ਗੱਲ ਵੀ ਨਹੀਂ ਕਰਨ ਦੇ। ਮੈਂ ਕਿਹਾ ਵੀ ਮੇਰੇ ਕੋਲ ਇਹ ਇਨਫੋਰਮੇਸ਼ਨ ਹੈਗੀ ਆ, ਹੈ ਨਹੀਂ ਕਿ ਮੋਬਾਈਲ ਫੋਨ ਰਖਾਉਂਦੇ ਆ ਕਿ ਨਹੀਂ ਰਖਾਉਂਦੇ ਜੀ, ਪਰ ਇਹ ਹੈਗੀ ਹੈ ਜਿੰਨੇ ਬੰਦੇ ਅੰਦਰੋਂ ਠੀਕ ਹੋ ਕੇ ਆਏ, ਉਹ ਸਾਰੇ ਕਹਿੰਦੇ ਜੀ ਅੰਦਰ ਸਾਨੂੰ ਮਰਜ਼ੀ ਦਾ ਖਾਣਾ ਵੀ ਮਿਲ ਜਾਂਦਾ ਸੀ। ਜੇ ਮੂਡ ਆਫ ਹੋਵੇ ਤਾਂ ਉਹਦਾ ਵੀ ਕੁਛ ਨਾ ਕੁਛ ਆ ਕੇ ਤੇ 2-4 ਜਣੇ ਗੱਲਾਂ ਬਾਤਾਂ ਕਰ ਜਾਂਦੇ ਸੀ, ਡਾਕਟਰ ਆ ਜਾਂਦੇ ਸੀ, ਸਮਝਾ ਜਾਂਦੇ ਸੀ, ਸਾਈਕੈਟਰਿਸਟ ਜਿਹੜਾ ਸੀ ਉਹ ਆਉਂਦਾ ਸੀ ਪੁੱਛਗਿੱਛ ਕਰਨ ਵਾਸਤੇ। ਫਿਰ ਉਹ ਕਹਿੰਦੇ ਇਲਾਜ ਸਾਰਾ ਚੱਲਦਾ ਰਿਹਾ। ਅੰਦਰ ਸਾਨੂੰ ਖੇਡਣ ਦਾ ਸਮਾਨ ਵੀ ਦਿੱਤਾ ਸੀ, TV ਲੱਗੇ ਸਨ, ਸਕਰੀਨਾਂ 'ਤੇ ਅਸੀਂ ਲਗਾਤਾਰ ਵੇਖਦੇ ਸੀ, ਅੱਡ-ਅੱਡ TV ਹੁੰਦੇ ਸਨ, ਵੇਖ ਰਿਹਾ ਸੀ ਸਭ ਕੁਝ। ਉਹ ਕਹਿੰਦੇ ਅਸੀਂ ਕੋਈ ਸਾਨੂੰ ਸਮੱਸਿਆ ਨਹੀਂ ਆਈ। ਜਿਹੜੀ ਜੇ ਉਹਨਾਂ ਦੇ ਫੋਨ ਉੱਥੇ ਲੈ ਜਾਂਦੇ ਕਿ ਨਹੀਂ ਲੈ ਜਾਂਦੇ ਤਾਂ ਮੈਨੂੰ ਪਤਾ ਨਹੀਂ, ਪਰ ਜੇ ਫੋਨ ਹੋਵੇ ਤੇ ਜਿਹੜਾ ਬੰਦਾ ਪਹਿਲੇ ਦਿਨ ਇਹੋ ਜਿਹੀ ਥਾਂ 'ਤੇ ਗਿਆ ਹੋਵੇ, ਉਹਦੇ ਆਸੇ-ਪਾਸੇ 10-15 ਹੋਰ ਮਰੀਜ਼ ਉਹਦੇ ਵਰਗੇ ਹੋਣ, ਕੋਈ ਹੁੰਗਦਾ ਹੋਵੇ, ਕੋਈ ਛਿੱਕਦਾ ਹੋਵੇ, ਤੇ ਹੋ ਸਕਦਾ ਉਹ ਘਰਦਿਆਂ ਨੂੰ ਫੋਨ ਕਰਨੇ ਸ਼ੁਰੂ ਕਰ ਦੇਵੇ, ਮੈਂ ਤਾਂ ਮਰ ਚੱਲਿਆ, ਮੈਨੂੰ ਲੈ ਜਾਓ। ਇਹ ਕੁਝ ਨਾ ਕੁਝ ਹਸਪਤਾਲ ਦਾ ਜੇ ਡਿਸਿਪਲਿਨ ਰੱਖਿਆ ਜਾਂਦਾ ਤੇ ਸਰਕਾਰ ਰੱਖਦੀ ਹੈ, ਸਿਹਤ ਵਿਭਾਗ ਰੱਖਦਾ, ਤੇ ਉਹਦੇ ਉੱਤੇ ਕੋਆਪਰੇਟ ਕਰਨਾ ਚਾਹੀਦਾ। ਇਹਦੇ ਉੱਤੇ ਇਹ ਨਹੀਂ ਆਖਣਾ ਚਾਹੀਦਾ ਕਿ ਆਹ ਪਾਬੰਦੀਆਂ ਕਿਉਂ, ਪਾਬੰਦੀਆਂ ਇਹ ਮਜਬੂਰੀ 'ਚ ਲਾਈਆਂ ਜਾ ਰਹੀਆਂ, ਕੋਈ ਚਾਰੋਂ ਨਹੀਂ ਲਾ ਰਿਹਾ ਜੀ। ਇੱਕ ਪੰਜ ਸਾਹਿਬ, ਪੰਜਾਬ ਦੀ ਗੱਲ ਹਜ਼ੂਰ ਸਾਹਿਬ ਗਈ ਸੰਗਤ ਦੀ ਵੀ ਸੀਗੀ ਪਿਛਲੇ ਦਿਨੀ। ਹਰਸਿਮਰਤ ਕੌਰ ਬਾਦਲ ਹੋਰਾਂ ਨੇ ਕਿਹਾ ਸੀ ਕਿ ਵੀ ਮੈਂ ਚਿੱਠੀ ਲਿਖੀ ਹੈ ਜੀ, ਮੈਂ ਆਪਣੇ ਤੌਰ 'ਤੇ ਲਿੰਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਫਿਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਕਹਿੰਦੇ ਵੀ ਮੈਂ ਲਿਖੀ ਹੈ ਚਿੱਠੀ। ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਚਿੱਠੀ ਲਿਖੀ ਆ।
ਤੁਹਾਨੂੰ ਲੱਗਦਾ ਵੀ ਚਿੱਠੀ ਤੇ ਬਹਿ ਕੇ ਆਊਗੀ ਸੰਗਤ ਜਾਂ ਕੋਈ ਗੱਡੀ ਗੁੱਡੀ ਘੱਲਣੀ ਪਊਗੀ ਜੀ? ਇਹਦੇ ਦੌਰਾਨ ਦੋ ਸੰਤਾਂ ਦੇ ਵੀ ਬਿਆਨ ਆ ਗਏ ਆ ਕਿ ਸੰਗਤ ਦੇ ਆਉਣ ਦਾ ਕੋਈ ਪ੍ਰਬੰਧ ਨਹੀਂ ਸੀ, ਅਸੀਂ ਬੱਸਾਂ ਕੀਤੀਆਂ, ਜੀ ਉਹ ਬੱਸਾਂ ਕਰ ਦਿੱਤੀਆਂ, ਕਿੱਥੇ ਖਲੋਤੀਆਂ ਨੇ। ਜਿਹੜੇ ਲੋਕ ਉੱਥੋਂ ਆਪਣੇ ਤੌਰ ਤੇ ਗੱਡੀਆਂ ਕਰਕੇ ਤੁਰ ਪਏ ਸਨ, ਕੁਝ ਰਾਜਸਥਾਨ 'ਚ ਫਸੇ, ਕੁਝ ਮੱਧ ਪ੍ਰਦੇਸ਼ ਦੇ ਇੰਦੌਰ ਵਗੈਰਾ 'ਚ ਫਸੇ, ਉਹਨਾਂ ਲੋਕਾਂ ਨੂੰ ਬੜੇ ਔਖੇ ਉੱਥੋਂ ਥੋੜ੍ਹਾ ਬਹੁਤ ਕਢਾਇਆ ਗਿਆ। ਫਿਰ ਅਗਲੇ ਪਾਸੇ ਉਹਨਾਂ 'ਚੋਂ ਉਹ ਜਿਹੜੇ ਰਾਜਸਥਾਨ ਵਾਲੇ ਸੀ ਉਹ ਤਾਂ ਪਹੁੰਚ ਗਏ ਨੇ, ਉਹ ਪੱਟੀ ਇਲਾਕੇ ਦੇ ਸੀ। ਜੀ ਜਿਹੜੇ ਇੰਦੌਰ ਤੋਂ ਤੁਰੇ ਸੀ ਉਹ ਅਜੇ ਵੀ ਇਹ ਪੰਜਾਬ ਨਹੀਂ ਪਹੁੰਚੇ, ਅੱਧ ਵਿਚਾਲੇ ਨੇ। ਇਹ ਜਿਹੜੇ ਹਜੂਰ ਸਾਹਿਬ ਦੇ ਵਿੱਚ ਫਸੀ ਸੰਗਤ ਆ, ਉਹਦੇ ਬਾਰੇ ਬੀਬੀ ਹਰਸਿਮਰਤ ਕੌਰ ਬਾਦਲ ਕਹਿੰਦੀ ਆ ਕਿ ਮੈਂ ਸਰਕਾਰ ਨਾਲ ਕਰ ਲਈ ਗੱਲ, ਉਹਨਾਂ ਨੂੰ ਮੈਂ ਮੰਗਾਵਾਂਗੇ। ਪ੍ਰਤਾਪ ਸਿੰਘ ਬਾਜਵਾ ਨੇ ਵੀ ਚਿੱਠੀ ਲਿਖ ਦਿੱਤੀ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਲਿਖੀ ਹੈ, ਉਹਨਾਂ ਨੇ ਕਿਹਾ ਜੀ ਮੈਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ, ਉਹ ਕਹਿੰਦਾ ਕਿ ਤੁਸੀਂ ਜੇ ਇਸ ਮਾਮਲੇ 'ਚ ਕੁਝ ਵੀ ਕਰਨਾ ਕੇਂਦਰ ਸਰਕਾਰ ਨੂੰ ਪੁੱਛੋ। ਆਖਰਕਾਰ ਲਾਕਡਾਊਨ ਆ, ਔਰ ਇਹੋ ਜਿਹਾ ਲਾਕਡਾਊਨ ਹੈ ਜਿਹੜਾ ਇੰਟਰਸਟੇਟ ਕੋਈ ਕ੍ਰਾਸ ਕਰਕੇ ਨਹੀਂ ਜਾ ਸਕਦਾ। ਜੀ ਜੇ ਇੰਟਰਸਟੇਟ ਕ੍ਰਾਸ ਨਹੀਂ ਕਰ ਸਕਦੇ ਤੇ ਇਸ ਲਾਕਡਾਊਨ ਦੇ ਵਿੱਚ ਫਿਰ ਮਹਾਰਾਸ਼ਟਰ ਦਾ ਮੁੱਖ ਮੰਤਰੀ ਇਦਾਂ ਦੀ ਆਗਿਆ ਕਿੱਦਾਂ ਦੇ ਸਕਦਾ? ਜੋ ਦੇ ਵੀ ਦੇਵੇ ਤੇ ਅਗਲੀ ਸਟੇਟ ਵਾਲੇ ਨਹੀਂ ਆਉਣ ਦੇਣਗੇ। ਇਹਨਾਂ ਨੇ ਫਿਰ ਅਮਿਤ ਸ਼ਾਹ ਨੂੰ, ਸੈਂਟਰ ਦੇ ਹੋਮ ਮਿਨਿਸਟਰ ਨੂੰ ਚਿੱਠੀ ਲਿਖੀ ਆ ਕਿ ਸਾਨੂੰ ਤੁਸੀਂ ਇਸ ਗੱਲ ਦੀ ਆਗਿਆ ਦਿਵਾਓ, ਅਸੀਂ ਉਹਨਾਂ ਬੰਦਿਆਂ ਨੂੰ ਮੰਗਾਉਣਾ ਚਾਹੁੰਦੇ ਹਾਂ। ਉਹਨਾਂ ਦੀਆਂ ਇੱਥੇ ਕਣਕਾਂ ਖਰਾਬ ਹੁੰਦੀਆਂ ਜਾਂਦੀਆਂ, ਹਾੜੀ ਦਾ ਸੀਜ਼ਨ ਉਹਨੇ ਆ ਕੇ ਸਾਂਭਣਾ। ਅਜੇ ਤੱਕ ਕੇਂਦਰ ਸਰਕਾਰ ਨੇ ਕੋਈ ਜਵਾਬ ਇਸ ਗੱਲ ਦਾ ਦਿੱਤਾ ਨਹੀਂ। ਜੀ ਜਦ ਤੱਕ ਕੇਂਦਰ ਸਰਕਾਰ ਇਹਦਾ ਕੋਈ ਜਵਾਬ ਨਹੀਂ ਦਿੰਦੀ, ਉਹਨਾਂ ਚਿਰ ਤੱਕ ਕੁਝ ਕਿਹਾ ਨਹੀਂ ਜਾ ਸਕਦਾ। ਉਹ ਜਿਹੜਾ ਕੋਈ ਰਹਿ ਗਿਆ ਉਹ ਵੀ ਕੋਸ਼ਿਸ਼ ਕਰ ਲਵੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਵੀ ਬਿਆਨ ਦਿੱਤਾ, ਉਹਨਾਂ ਨੇ ਵੀ, ਪਰ ਗੱਲ ਬਿਆਨਾਂ ਤੋਂ ਅੱਗੇ ਵੱਧ ਕੇ ਕਿਸੇ ਨਾ ਕਿਸੇ ਥਾਂ ਤੇ ਲਿਜਾ ਕੇ ਪਹੁੰਚਾਉਣੀ ਚਾਹੀਦੀ ਹੈ। ਕੇਂਦਰ ਸਰਕਾਰ 'ਚ ਜਿਹਦਾ ਕਿਸੇ ਦਾ ਜ਼ੋਰ ਚੱਲਦਾ, ਉਹਨਾਂ ਸਾਰਿਆਂ ਨੂੰ ਜ਼ੋਰ ਲਾਉਣਾ ਚਾਹੀਦਾ ਕਿ ਉਹ ਪਰਮਿਸ਼ਨ ਮਿਲ ਜਾਵੇ ਉਹਨਾਂ ਲੋਕਾਂ ਨੂੰ। ਜੇ ਫਰਜ਼ ਕਰੋ ਇਹ ਬਿਮਾਰੀ ਵੱਧ ਜਾਵੇ, ਹੋਰ ਵੀ 2-4 ਮਹੀਨੇ ਰਹਿਣਾ ਪਵੇ, ਤੇ ਕੀ ਉਹ ਉੱਥੇ ਹੀ ਬੈਠੇ ਰਹਿਣਗੇ? ਆਖਿਰਕਾਰ ਕਦੇ ਤਾਂ ਮੰਗਾਉਣੇ ਨੇ। ਉਹਨਾਂ ਦੀ ਮਜਬੂਰੀ ਦਾ ਵੀ ਖਿਆਲ ਰੱਖਣਾ ਚਾਹੀਦਾ। ਪਿੱਛੇ ਉਹਨਾਂ ਦੇ ਘਰ ਪਰਿਵਾਰ, ਆਪਣੇ ਖੇਤੀ ਦਾ, ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਣਾ। ਕੋਈ ਰਾਹ ਜ਼ਰੂਰ ਕੱਢਣਾ ਚਾਹੀਦਾ। ਜੀ ਤੁਹਾਨੂੰ ਸਾਹਿਬ ਤੁਸੀਂ ਸਮਾਂ ਕੱਢਿਆ ਜੀ, ਬਹੁਤ ਧੰਨਵਾਦ। ਤੇ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਆਪਣਾ ਤੁਸੀਂ ਖਿਆਲ ਰੱਖਣਾ, ਜੋ ਬਾਹਰ ਹਾਲਾਤ ਨੇ ਆਪ ਜੀ ਦੇ ਧਿਆਨ 'ਚ ਹੀ ਹੈ, ਤੇ ਅਫਵਾਹਾਂ ਤੋਂ ਬਚਣ ਦੀ ਲੋੜ ਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।